अच्छा जी, शुरू करिए 17वां भाव। और एक क्योंकि एक नबी उसके कोल आ चुका आ। 16वें भाव ਦੇ ਵਿੱਚ ਅਸੀਂ ਦੇਖਿਆ ਸੀਗਾ ਕਿ ਹਨਾਨੀ ਦਾ ਪੁੱਤਰ ਯੇਹੂ ਦੇ ਕੋਲ ਆਇਆ, ਜੋ ਉਸਨੇ ਬਾਦਸ਼ਾਹ ਨੂੰ ਕਿਹਾ। ਸੋ ਉਹਨਾਂ ਨੂੰ ਆਲਰੇਡੀ ਜਿਹੜੀਆਂ ਨਬੀਆਂ ਦੇ ਦੁਆਰਾ ਉਹਨਾਂ ਨੂੰ ਇਹ ਗੱਲ ਇਜ਼ਰਾਈਲੀਆਂ ਨੂੰ ਪਤਾ ਲੱਗਦੀ ਪਈ ਆ। ਔਰ ਜਿਸ ਵੇਲੇ ਅਸੀਂ ਇਜ਼ਰਾਈਲ ਦੀ ਗੱਲ ਕਰਦੇ ਪਏ ਆ ਤੇ ਅਸੀਂ ਉਹਨਾਂ ਲੋਕਾਂ ਦੀ ਗੱਲ ਕਰਦੇ ਪਏ ਆ ਜਿਹੜੇ ਕਬੀਲੇ ਟੁੱਟ ਕੇ ਜਿਨ੍ਹਾਂ ਨੇ ਆਪਣਾ ਰਾਜ ਬਣਾ ਲਿਆ ਸੀ। ਯਾਰਾਬੋਆਮ ਤੋਂ ਰਾਜ ਸ਼ੁਰੂ ਹੋਇਆ ਸੀਗਾ, ਅਖੀਰ ਯਾਰਾਬੋਆਮ ਦਾ ਪੁੱਤਰ ਬੈਠਾ, ਉਹ ਵੀ ਚਲਾ ਗਿਆ। ਔਰ ਫਿਰ ਅਸੀਂ ਦੇਖਦੇ ਹਾਂ ਵੀ ਇੱਕ ਦੂਜੇ ਨੂੰ ਵੱਢ ਕੱਟ ਕੇ ਉਹ ਅਗਲੇ ਰਾਜੇ ਬਣਦੇ ਪਏ ਆ। ਲੇਕਿਨ ਪ੍ਰਭੂ ਦੇ ਰਹਿਮ ਦੇ ਨਾਲ ਜਿਹੜੀ ਗੱਦੀ ਦੂਜੇ ਪਾਸੇ ਚੱਲਦੀ ਪਈ ਆ, ਉਹ ਦਾਊਦ ਦੇ ਘਰਾਣੇ ਦੇ ਵਿੱਚੋਂ ਹੀ ਚੱਲਦੀ ਪਈ ਆ। ਸੋ ਅਸੀਂ ਪ੍ਰਭੂ ਦੇ ਵਚਨ 'ਚ ਦੇਖਦੇ ਪਏ ਆ ਕਿ ਬਹੁਤ ਸਾਰੇ ਨਬੀ ਆ ਕੇ ਉਹਨਾਂ ਨੂੰ ਵਾਰਨਿੰਗ ਦਿੰਦੇ ਪਏ ਆ। ਔਰ ਇਹ ਪ੍ਰਭੂ ਦਾ ਪਿਆਰ, ਇਹ ਪ੍ਰਭੂ ਦਾ ਪਿਆਰ ਆ। ਔਰ ਇੱਥੋਂ ਹੀ ਸਾਨੂੰ ਸਿੱਖਣ ਨੂੰ ਮਿਲਦਾ ਹੈਗਾ, ਇੱਕ ਚੀਜ਼ ਹੋਰ ਸਿੱਖਣ ਨੂੰ ਮਿਲਦੀ ਆ ਕਿ ਜਿਸ ਵੇਲੇ ਜਿਨ੍ਹਾਂ ਲੋਕਾਂ ਨੂੰ ਉੱਥੋਂ ਕੱਢਿਆ ਗਿਆ ਉਹਨਾਂ ਤੱਕ ਵੀ ਬਹੁਤ ਨਬੀ ਪਹੁੰਚੇ, ਕਿਉਂਕਿ ਬੇਸਿਕਲੀ ਤਾਂ ਇਹ ਪ੍ਰਭੂ ਦੇ ਚੁਣੇ ਹੋਏ ਲੋਕ ਸੀਗੇ ਨਾ। ਜਿੰਨੇ ਅਬਰਾਹਮ ਦਾ ਖਾਨਦਾਨ ਹੀ ਉੱਥੇ ਸਾਰਾ ਬੇਸਿਕਲੀ ਬਸਿਆ ਸੀ। ਕੁਛ ਕਨਾਨੀ ਲੋਕ ਸੀਗੇ ਜਿਹੜੇ ਉੱਥੇ ਬਸੇ ਹੋ ਸੀਗੇ, ਉਹਨਾਂ ਤੱਕ ਪ੍ਰਭੂ ਦਾ ਵਚਨ ਜਾਂਦਾ ਸੀ। ਹੁਣ ਤੁਸੀਂ ਇਹ ਦੇਖੋ ਕਿ ਇਜ਼ਰਾਈਲ ਦੇ ਲੋਕ, ਇੱਕ ਵੀ ਰਾਜਾ ਐਸਾ ਨਹੀਂ ਹੈਗਾ ਜਿਹੜਾ ਪ੍ਰਭੂ ਦੇ ਪਿੱਛੇ ਚੱਲਦਾ ਹੋਵੇ, ਔਰ ਉਹ ਕਿਸੇ ਨੂੰ ਚੱਲਣ ਵੀ ਨਹੀਂ ਦਿੰਦੇ। ਹੁਣ ਉਹਦੀਆਂ ਉਦਾਹਰਨਾਂ ਆਉਣੀਆਂ ਸ਼ੁਰੂ ਹੋ ਜਾਣੀਆਂ। लेकिन प्रभु का प्यार देखो फिर भी, क्योंकि उसने इन्हां लोकां नूं चुनिया आ, फिर भी वो नबी तो बाद नबी घलदा पिया, नबी तो बाद नबी घलदा पिया। और ये प्रभु दी महान बरकत आ, ये प्रभु दी महान बरकत आ, ये उसका प्यार आ। सो आओ असीं 17वें भाव तो शुरू हुन्ने आ। 17वें भाव दे विच एलिया दी स्टोरी शुरू हो जाती है। हुण एलाइजा प्रभु ने, फिर देखो प्रभु ने एलाइजा नूं उत्थों घल्लिया। सैमुअल पुत मेरा ना कैमरा नहीं काम करता पिया। सो उसने फिर भी उन्होंने एलाइजा घल्लिया। एलाइजा दी स्टोरी हुण शुरू हुंदी है। सो आओ असीं 1 तो लैके कोई जाना 7 आयत तक पढ़दा है। जिन्नी देर उन्नी देर सैमुअल मेरा कंप्यूटर ठीक करता। आ जा मेरा हाँ जी, मैं पढ़ देवां ब्रदर जी। मेरी भैन ਏਲੀਆ ਨਾਂ ਦਾ ਇੱਕ ਨਬੀ ਸੀ ਜੋ ਗਿਲਿਆਦ ਦੇ ਇਲਾਕੇ ਦੇ ਨਗਰ ਤਿਸ਼ਬ ਦਾ ਨਿਵਾਸੀ ਸੀ। ਏਲੀਆ ਨੇ ਰਾਜਾ ਅਹਾਬ ਨੂੰ ਕਿਹਾ, ਇਜ਼ਰਾਈਲ ਦੇ ਜਿਉਂਦੇ ਪ੍ਰਭੂ ਪਰਮੇਸ਼ਵਰ ਦੀ ਸਹੁੰ, ਜਿਸ ਦਾ ਮੈਂ ਦਾਸ ਹਾਂ, ਅੱਜ ਤੋਂ ਅਗਲੇ 2 ਜਾਂ 3 ਸਾਲਾਂ ਤੱਕ ਨਾ ਤਰੇਲ ਪਵੇਗੀ ਅਤੇ ਨਾ ਮੀਂਹ ਪਵੇਗਾ, ਜਦੋਂ ਤੱਕ ਮੈਂ ਨਾ ਕਹਾਂ। ਤਦ ਏਲੀਆ ਕੋਲ ਪ੍ਰਭੂ ਦਾ ਵਚਨ ਆਇਆ, ਤੂੰ ਇੱਥੋਂ ਚਲਾ ਜਾ ਅਤੇ ਜਾ ਕੇ ਕਰੀਤ ਦੇ ਨਾਲੇ ਕੋਲ, ਜੋ ਜਰਦਨ ਦਰਿਆ ਦੇ ਕੰਢੇ ਉੱਤੇ ਹੈ, ਆਪਣੇ ਆਪ ਨੂੰ ਲੁਕਾ ਲੈ। ਗਰੀਥ ਦੇ ਨਾਲੇ ਵਿੱਚੋਂ ਤੂੰ ਪਾਣੀ ਪੀ ਸਕਦਾ ਹੈ ਅਤੇ ਮੈਂ ਪਹਾੜੀ ਕਾਮਾਂ ਨੂੰ ਆਗਿਆ ਦਿੱਤੀ ਹੈ ਕਿ ਉਹ ਤੇਰੇ ਲਈ ਭੋਜਨ ਉੱਥੇ ਲਿਆਉਣ। ਏਲੀਆ ਪ੍ਰਭੂ ਦੇ ਵਚਨ ਅਨੁਸਾਰ ਉੱਥੋਂ ਚੱਲ ਪਿਆ ਅਤੇ ਜਾ ਕੇ ਗਰੀਥ ਦੇ ਨਾਲੇ ਕੋਲ ਰਹਿਣ ਲੱਗਾ। ਉਹ ਨਾਲੇ ਵਿੱਚੋਂ ਪਾਣੀ ਪੀਂਦਾ ਸੀ ਅਤੇ ਕਾਂ ਹਰ ਸਵੇਰ ਵੇਲੇ ਅਤੇ ਤਰਕਾਲਾਂ ਵੇਲੇ ਉਸ ਲਈ ਰੋਟੀ ਤੇ ਮਾंस ਲੈ ਕੇ ਆਉਂਦੇ ਸਨ। ਪਰ ਕੁਝ ਸਮੇਂ ਪਿੱਛੋਂ ਨਾਲਾ ਸੁੱਕ ਗਿਆ ਕਿਉਂਕਿ ਮੀਂਹ ਬਿਲਕੁਲ ਨਹੀਂ ਪਿਆ ਸੀ। ਸੋ ਹੁਣ ਅਸੀਂ ਦੇਖਦੇ ਪਏ ਆ ਕਿ ਪ੍ਰਭੂ ਦੇ 2 ਕੰਮ ਅਸੀਂ ਦੇਖਦੇ ਪਏ। ਨੰਬਰ 1 ਕਿ ਇੱਕ ਘਿਨਾਉਣਾ ਰਾਜਾ ਆਇਆ, ਪਰ ਪ੍ਰਭੂ ਦਾ ਫਿਰ ਵੀ ਪਿਆਰ ਦੇਖੋ, ਪ੍ਰਭੂ ਦਾ ਪਿਆਰ ਦੇਖੋ। और ਅਸੀਂ 528 पेज पे प्रभु का फिर भी प्यार देखो कि उसने एक ऐसा नबी घल्लिया जेड़ा जिंदा उठा लिया गया। और जिस वेले प्रभु यसु मसीह का नूरानी रूप देखा गया ते एलिया प्रभु यसु मसीह दे एक पासे खड़ा सी, मूसा दूजे पासे खड़ा। सो ਅਸੀਂ ਕੀ ਕਹਿ ਸਕਦੇ ਹਾਂ
ਕਿ ਮੂਸਾ ਦੇ ਕੈਲਬਰ ਦਾ ਨਬੀ ਇੱਕ ਐਸੇ ਰਾਜ ਦੇ ਵਿੱਚ ਘੱਲਿਆ ਜਿਹੜੇ ਪ੍ਰਭੂ ਤੋਂ ਦੂਰ ਸੀ, ਜਿਹੜੇ ਪ੍ਰਭੂ ਤੋਂ ਦੂਰ ਸੀ। ਦੂਸਰੇ ਪਾਸੇ ਆਸਾ ਨੇ ਪ੍ਰਭੂ ਦਾ ਜਿਹੜਾ ਕੰਮ ਆਪਣੀ ਜ਼ਿੰਦਗੀ ਦੇ ਵਿੱਚ ਕੀਤਾ, ਉਸਨੇ ਜਿਹੜਾ ਥੱਲੇ ਜਿਹੜਾ ਯਹੂਦਾ ਦਾ ਰਾਜ ਆ, ਉੱਥੇ ਆਸਾ ਪ੍ਰਭੂ ਦਾ ਕੰਮ ਕਰਦਾ ਪਿਆ, ਪ੍ਰਭੂ ਦੇ ਅਨੁਸਾਰ ਕੰਮ ਕਰਦਾ ਪਿਆ, ਪ੍ਰਭੂ ਉਸਨੂੰ ਦੇ ਰਿਹਾ। ਲੇਕਿਨ ਜਿਸ ਵੇਲੇ ਅਸੀਂ ਉੱਪਰਲੇ ਹਿੱਸੇ ਦੇ ਵਿੱਚ ਜਾਂਦੇ ਆ ਕਿ ਉੱਥੇ ਦੇ ਜਿਹੜੇ ਰਾਜਾ ਜਿਹੜੇ ਜਿੰਨੇ ਵੀ ਹੋਏ ਆ, ਸਾਰੇ ਕਰਪਟ ਹੋਏ। ਉਹ ਕਰਪਸ਼ਨ ਇੱਥੇ ਤੱਕ ਆ ਕਿ ਉਹਨਾਂ ਨੇ ਸੋਨੇ ਦਾ ਬੱਚਾ ਬਣਾ ਕੇ ਕਿਹਾ ਕਿ ਇਹ ਦੇਵਤਾ ਆ ਜਿਹੜਾ ਤੁਹਾਨੂੰ ਮਿਸਰ ਵਿੱਚੋਂ ਕੱਢ ਕੇ ਲੈ ਕੇ ਆਇਆ। ਯਾਨੀ ਕਿ ਇੱਕ ਵਾਰੀ ਬੱਚਾ ਪਹਿਲਾਂ ਬਣਾਇਆ ਸੀ, ਇੱਕ ਵਾਰੀ ਬੱਚਾ ਹੁਣ ਬਣਾਇਆ, ਔਰ ਪ੍ਰਭੂ ਨੂੰ ਬੱਚੇ ਦੇ ਵਾਂਗ, ਬੱਚੇ ਦੇ ਬਰਾਬਰ ਉਹਨਾਂ ਨੇ ਕਰ ਦਿੱਤਾ। ਇੰਨਾ ਘਿਨਾਉਣਾ ਕੰਮ। ਔਰ ਮਰਦ ਔਰਤਾਂ ਦੇ ਵਾਂਗ ਵੈਸ਼ਵਾਗਿਰੀ ਕਰਦੇ ਉਹਨਾਂ ਮੰਦਿਰਾਂ ਦੇ ਵਿੱਚ। ਔਰ ਉਹ ਕਹਿ ਰਹੇ ਇੱਕ ਤੋਂ ਪ੍ਰਭੂ ਖੁਸ਼ ਹੁੰਦਾ। ਇਹ ਉਹਨਾਂ ਦੀ ਇੱਕ ਉਪਾਸਨਾ ਸੀ, ਇਸ ਨੂੰ ਵੀ ਉਹ ਉਪਾਸਨਾ ਸਮਝਦੇ ਸੀ। ਜਾਨਵਰ ਦਾ ਗਲਾ ਘੁੱਟ ਕੇ ਉਸਨੂੰ ਤੜਫਾ ਕੇ ਮਾਰਨਾ, ਇਹ ਵੀ ਇੱਕ ਉਪਾਸਨਾ ਦਾ ਹਿੱਸਾ ਸੀ। ਬੱਚਿਆਂ ਦੀ ਬਲੀ ਦੇਣੀ, ਇਹ ਵੀ ਇੱਕ ਉਪਾਸਨਾ ਦਾ ਹਿੱਸਾ ਸੀ। ਏਦਾਂ ਦੇ ਘਿਨਾਉਣੇ ਕੰਮ ਕਰਦੇ ਸੀ, ਪਰ ਫਿਰ ਵੀ ਦੇਖੋ ਪ੍ਰਭੂ ਨੇ ਕਿਹਨੂੰ ਘੱਲਿਆ। ਇੰਨਾ ਪ੍ਰਭੂ ਪਿਆਰ ਕਰਦਾ, ਇੰਨਾ ਜਿਸ ਨੂੰ ਉਹ ਚੁਣ ਲੈਂਦਾ, ਇੰਨਾ ਪਿਆਰ ਕਰਦਾ। ਸਾਡੇ ਘਿਨਾਉਣੇ ਕੰਮ ਸਾਡਾ ਨਾਸ਼ ਕਰਦੇ ਆ। ਪ੍ਰਭੂ ਨੂੰ ਸਜ਼ਾ ਦੇਣ ਦੀ ਕੋਈ ਲੋੜ ਨਹੀਂ, ਕੋਈ ਲੋੜ ਨਹੀਂ ਉਹਨੂੰ ਸਜ਼ਾ ਦੇਣ ਦੀ। ਉਹਦੀ ਸਜ਼ਾ ਸਹਿ ਕੌਣ ਸਕਦਾ? ਉਹਦੀ ਤੇ ਇੱਕ ਸ਼ਬਦ ਹੀ ਬਹੁਤ ਬੋਲਿਆ, ਲੇਕਿਨ ਦਇਆ, ਦਇਆ। ਸਾਡਾ ਪ੍ਰਭੂ ਦਿਆਲੂ, ਸਾਡਾ ਪ੍ਰਭੂ ਕਿਰਪਾਲੂ, ਸਾਡਾ ਪ੍ਰਭੂ ਗੁੱਸਾ ਕਰਨ ਦੇ ਵਿੱਚ ਮੱਠਾ ਹੈ। ਇੱਥੇ ਅਸੀਂ ਨਹੀਂ ਦੇਖਦੇ। ਸੋ ਉਸਨੇ ਨਬੀ ਘੱਲਿਆ, ਔਰ ਇਸ ਵੇਲੇ ਅਕਾਲ ਪੈਣਾ, ਮੀਂਹ ਨਹੀਂ ਪੈਣਾ, ਫਸਲਾਂ ਨਹੀਂ ਹੋਣੀਆਂ, ਘਾਹ ਨਹੀਂ ਉੱਗਣਾ। ਲੋਕਾਂ ਦੇ ਕੋਲ ਜਿਹੜੇ ਜਾਨਵਰ ਆ, ਇਸ ਤੋਂ ਪਹਿਲਾਂ ਭੁੱਖ ਦੇ ਨਾਲ ਮਰ ਜਾਣ, ਲੋਕਾਂ ਨੇ ਆਪਣੇ ਜਾਨਵਰ ਵੀ ਖਾ ਲੈਣੇ, ਔਰ ਫਿਰ ਵੀ ਉਹਨਾਂ ਕੋਲ ਬਾਅਦ ਦੇ ਵਿੱਚ ਖਾਣ ਦੇ ਲਈ ਕੁਛ ਨਹੀਂ। तो उसने एलाइजा ਨੂੰ, ਏਲੀਆ ਨੂੰ ਅਹਾਬ ਦੇ ਕੋਲ ਘੱਲਿਆ, ਔਰ ਉਸਨੂੰ ਕਿਹਾ ਕਿ ਜਾ ਕੇ ਉਸਨੂੰ ਕਹਿ ਦੇ ਕਿ 3 ਸਾਲਾਂ ਤੱਕ ਮੀਂਹ ਨਹੀਂ ਪੈਣਾ। ਸੌਂ ਚੁੱਕੀ ਕਿ ਤਰੇੜ ਵੀ ਨਹੀਂ ਪਏਗੀ, ਤਰੇੜ ਵੀ ਨਹੀਂ ਪਏਗੀ, ਕਿਉਂਕਿ ਉਸ ਇਲਾਕੇ ਦੇ ਵਿੱਚ ਕੁਛ ਇੱਕ ਪੌਦੇ ਐਸੇ ਆ ਜਿਹੜੇ ਤਰੇਲ ਦੇ ਨਾਲ ਹੀ ਬਚ ਜਾਂਦੇ, ਤਰੇਲ ਹੀ ਉਹਨਾਂ ਦੇ ਲਈ ਕਾਫੀ, ਤਰੇਲ ਹੀ ਉਹਨਾਂ ਦੇ ਲਈ ਕਾਫੀ, ਮੀਂਹ ਦੀ ਲੋੜ ਹੀ ਨਹੀਂ। ਉਸਦਾ ਤਰੇਲ ਵੀ ਨਹੀਂ ਪਏਗੀ, ਉਹ ਵੀ ਮਰ ਜਾਣਗੇ, ਤੁਹਾਨੂੰ ਹਰਿਆਲੀ ਦਿਸੇਗੀ। ਔਰ ਪਰ ਤੂੰ ਉੱਥੋਂ ਚਲਾ ਜਾ, ਔਰ ਤੂੰ ਕਰੀਥ ਦੇ ਨਾਲੇ ਦੇ ਕੋਲ ਚਲਾ ਜਾ,
ਔਰ ਉੱਥੇ ਤੈਨੂੰ ਖਾਣਾ ਦਿੱਤਾ ਜਾਏਗਾ। ਪ੍ਰੋਵੀਜ਼ਨ ਆਫ ਗॉड, ਕਮਿਸ਼ਨ ਆਫ ਗॉड, ਪ੍ਰੋਵੀਜ਼ਨ ਆਫ ਗॉड ਐਂਡ ਵਿਜ਼ਨ ਆਫ ਗॉड। ਇੱਥੇ ਅਸੀਂ ਇਹ ਤਿੰਨ ਚੀਜ਼ਾਂ ਨੂੰ ਦੇਖ, ਕਮਿਸ਼ਨ ਕੀਤਾ ਗਿਆ ਉਸ ਨੂੰ ਕਿ ਤੂੰ ਜਾ ਕੇ ਉਸ ਨੂੰ ਕਹਿ। ਇੱਕ ਰਾਜੇ ਦੇ ਮੂਹਰੇ ਖੜਾ ਹੋ ਕੇ ਗੱਲ ਕਹਿਣੀ ਬੜੀ ਔਖੀ। ਕਈ ਵਾਰੀ ਅਸੀਂ ਸਧਾਰਨ ਬੰਦੇ ਦੇ ਮੂਹਰੇ ਵੀ ਅਸੀਂ ਚੁੱਪ ਕਰ ਜਾਂਦੇ ਹਾਂ, ਇਹ ਕਹਿਣ ਤੋਂ ਕਿ ਮੈਂ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰਦਾ ਹਾਂ। ਸਧਾਰਨ ਬੰਦੇ ਦੇ ਮੂਹਰੇ ਕਿ ਰਿਸ਼ਤੇਦਾਰੀ ਖਰਾਬ ਹੋਗੀ, ਮਿੱਤਰਤਾ ਖਰਾਬ ਹੋਏਗੀ, ਕੀ ਲੋੜ ਹੈ। ਲੇਕਿਨ ਉਸ ਨੂੰ ਕਿਹਾ ਗਿਆ ਕਿ ਤੂੰ ਰਾਜਾ ਆਹਾਬ ਨੂੰ, ਜੋ ਸਭ ਤੋਂ ਕਰਪਟ ਰਾਜਾ ਹੈ, ਘਿਨੌਣਾ ਰਾਜਾ ਹੈ, ਔਰ ਉਹਦੀ ਪਤਨੀ ਵੀ ਘਿਨੌਣੀ ਹੈ, ਉਹ ਦੇਵੀ ਬਣ ਕੇ ਬੈਠੀ ਹੋਈ, ਉਸ ਦੀ ਪੂਜਾ ਹੁੰਦੀ ਹੈ, ਗਾਂ ਜਾ ਕੇ ਅਸੀਂ ਦੇਖਾਂਗੇ। ਔਰ ਆਹਾਬ ਦੇ ਮੂਹਰੇ ਜਾ ਕੇ ਖੜਾ ਹੋ ਔਰ ਉਸ ਨੂੰ ਕਹਿ ਕਿ 3 ਸਾਲ ਨਾ ਮੀਂਹ ਪਏਗਾ, ਨਾ ओस ਪਏਗੀ। ਇਹ ਪ੍ਰਭੂ ਦਾ ਵਚਨ। ਸੋ ਉਸਨੇ ਜਾ ਕੇ ਕਹਿਤਾ, ਪ੍ਰਭੂ ਦਾ ਵਚਨ ਫਿਰ ਆਇਆ ਉਸ ਕੋਲ। ਹੁਣ ਮੈਂ ਕੀ ਕਰਾਂ? I'm done. ਤੇ ਤੁਸੀਂ ਇੱਥੇ ਸਾਨੂੰ ਇਹ ਪਤਾ ਲੱਗਦਾ ਕਿ ਪ੍ਰਭੂ ਸਾਡੇ ਲਈ ਸਾਰੀ ਉਮਰ ਦਾ ਪਲਾਨ ਬਣਾ ਕੇ ਸਾਡੇ ਮੂਹਰੇ ਨਹੀਂ ਰੱਖ ਦਿੰਦਾ ਕਿ ਤੂੰ ਆ ਕਰ। ਉਹ ਸਮੇਂ ਦੇ ਨਾਲ ਤੁਹਾਨੂੰ ਦੱਸਦਾ ਕੀ ਕਰਨਾ। ਹਾਂ, ਉਪਾਸਨਾ ਉਹਦੀ ਕਰਨੀ, ਇਹ ਸਾਨੂੰ ਦੱਸਿਆ ਗਿਆ, ਲੇਕਿਨ ਵਿੱਚ ਉਹ ਸਾਡਾ ਕਮਿਸ਼ਨ ਸਾਡੇ ਉੱਤੇ ਲਾਉਂਦਾ ਕਿ ਤੂੰ ਆ ਕਰ, ਇੱਥੇ ਮੈਂ ਤੈਨੂੰ ਚੁਣਿਆ, ਤੂੰ ਆ ਕੰਮ ਕਰ। ਔਰ ਪ੍ਰਭੂ ਵੱਲੋਂ ਹੁੰਦਾ ਹੈ, ਉਹ ਕੋਈ ਜਿੰਨੀਆਂ ਮਰਜ਼ੀ ਸਲਾਹਾਂ ਦੇ ਲਵੇ, ਉਹ ਨਹੀਂ ਪਿੱਛੇ ਮੁੜਦਾ ਬੰਦਾ, ਉਸਨੂੰ ਪਤਾ। ਸੋ ਹੁਣ ਏਲੀਆ ਦਾ ਦੁਆਰਾ ਵਚਨ ਆਇਆ ਕਿ ਤੂੰ ਇੱਥੋਂ ਚਲਾ ਜਾ, ਕਰੀਤ ਦੇ ਨਾਲੇ ਦੇ ਕੋਲ, ਜੋ ਯਰਦਨ ਦਰਿਆ ਦੇ ਕੰਢੇ ਦੇ ਉੱਤੇ ਹੈ, ਆਪਣੇ ਆਪ ਨੂੰ ਲੁਕਾ ਲੈ। ਕਰੀਤ ਦੇ ਨਾਲੇ ਦੇ ਵਿੱਚੋਂ ਤੂੰ ਪਾਣੀ ਪੀ ਸਕਦਾ ਹੈ, ਮੈਂ ਪਹਾੜੀ ਕਾਵਾਂ ਨੂੰ ਆਗਿਆ ਦਿੱਤੀ ਹੈ, ਤੇਰੇ ਲਈ ਭੋਜਨ ਉੱਥੇ ਲਿਆ। ਇਹ ਹੈ ਪ੍ਰਭੂ ਦੇ ਕੰਮ। ਅਗਰ ਇਹ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਹੁੰਦਾ ਕਿ ਮੈਂ ਜਿੱਦਾਂ ਕਿ ਜਿਹੜੇ ਸੁਥਰੇ ਜਾਨਵਰ ਆ ਉਹਨਾਂ ਨੂੰ ਕਵਾਂ ਕਿ ਉਹ ਲੈ ਕੇ ਆਉਣ, ਉਹ ਤੇਰੇ ਲਈ ਭੋਜਨ ਲੈ ਕੇ ਆਉਣ, ਜੇ ਕਿਸੇ ਦੀ ਡਿਊਟੀ ਲਾਤੀ ਹੈ ਕਿ ਉਹ ਤੇਰੇ ਲਈ ਭੋਜਨ ਲੈ ਕੇ ਆਏਗਾ, ਉਹ ਵੱਖਰੀ ਗੱਲ ਹੈ। ਉਹਦਾ ਬੰਦਾ ਇੱਥੇ ਤੱਕ ਦਿਖਾਉਂਦਾ ਕਿ ਕਾਂ ਇੱਕ ਚੋਰ ਆ, ਉਹ ਨਿਆਣਿਆਂ ਤੋਂ ਖੋ ਕੇ ਲੈ ਜਾਂਦਾ। ਕਾਂ ਦਿੰਦਾ ਨਹੀਂ, ਕਾਂ ਹਮੇਸ਼ਾ ਖੋਂਦਾ। ਤੁਸੀਂ ਬਾਰ-ਬਾਰ ਵੀ ਕਿਉਂ ਕਰਦੇ ਹੋ, ਉਹ ਤਾਂ ਲਾਗੇ ਛਾਗੇ ਕਾਂ ਫਿਰਦਾ ਹੋਵੇ, ਤੁਸੀਂ 1 ਮਿੰਟ ਦੇ ਲਈ ਦੂਰ ਚਲੇ ਜਾਓ, ਚੁੱਕ ਕੇ ਲੈ ਜਾਂਦਾ ਕੁਛ ਨਾ ਕੁਛ, ਚੁੱਕ ਕੇ ਲੈ ਜਾਂਦਾ ਕੁਛ ਨਾ ਕੁਛ। ਚੋਰ ਨੂੰ ਜੋ ਚੋਰੀ ਕਰਦਾ ਉਹ ਲੈ ਕੇ ਆ ਰਿਹਾ। ਏਦਾਂ ਦੇ ਅਜੀਬ ਕੰਮ ਪ੍ਰਭੂ ਕਰਦਾ। ਉਸਨੇ ਕਿਹਾ ਵੀ ਤੈਨੂੰ ਪਤਾ, ਇਸ ਤੋਂ ਤੈਨੂੰ ਪਤਾ ਲੱਗੂ ਕਿ ਮੈਂ ਤੈਨੂੰ ਚੁਣਿਆ ਔਰ ਵੱਖਰੇ ਕੀਤਾ, ਕਿ ਮੈਂ ਤੈਨੂੰ ਕਾਵਾਂ ਤੋਂ ਖੜਾਊਂਗਾ। ਸੋ ਹਰ ਸਵੇਰੇ ਔਰ ਤਰਕਾਲਾਂ ਵੇਲੇ ਉਸ ਦੇ ਲਈ ਰੋਟੀ ਤੇ ਮਾਸ ਦਾ ਟੁਕੜਾ ਲੈ ਕੇ ਆਉਂਦੇ ਸੀ। ਰੋਟੀ ਤੇ ਮਾਸ ਦਾ ਟੁਕੜਾ। ਹੁਣ ਕਾਂ ਲੈ ਕੇ ਆਇਆ, ਉਹ ਤਾਂ ਅਸ਼ੁੱਧ ਹੈ। ਅਸੀਂ ਖਾਣਿਆਂ ਦੇ ਬਦਲੇ ਬਹੁਤ ਲੜਦੇ ਪਏ, ਉਹ ਤਾਂ ਅਸ਼ੁੱਧ ਹੈ।
तो ऑलरेडी अशुद्ध हो गया। भाई जिन्हें अशुद्ध से शुद्ध बनाया ये ਉਹਦੇ ਵੱਲੋਂ ਆ ਰਿਹਾ, ਉਹਦੇ ਵੱਲੋਂ ਆ ਰਿਹਾ। That's the difference. So ਉਹ ਉੱਥੇ ਦੇ ਰੋਟੀ ਤੇ ਮਾंस ਲੈਂਦੇ ਰਹੇ, ਪਰ ਕੁਝ ਸਮੇਂ ਬਾਅਦ ਨਾਲਾ ਸੁੱਕ ਗਿਆ, ਔਰ ਕਿਉਂਕਿ ਮੀਂਹ ਬਿਲਕੁਲ ਨਹੀਂ ਪਿਆ ਸੀ। ਸੋ ਜਿੱਥੋਂ ਨਾਲਾ ਪਾਣੀ ਲੈ ਕੇ ਆ ਰਿਹਾ ਸੀ, ਪਿੱਛੇ ਪਾਣੀ ਮੁੱਕ ਗਿਆ, ਹੁਣ ਉਹ ਨਾਲਾ ਸੁੱਕ ਗਿਆ। ਸੋ ਹੁਣ ਅਸੀਂ ਆ ਗਏ ਮੁੜ ਕੇ ਅਗਲੇ ਹਿੱਸੇ ਦੇ ਉੱਤੇ। ਅਸੀਂ ਰੂਬੀ ਮਾਲਾ ਜੁੜੀ ਆ, ਅਸੀਂ 528 ਪੇਜ ਦੇ ਉੱਤੇ ਆ। ਇਸ ਵੇਲੇ ਅਸੀਂ ਏਲੀਆ ਨਬੀ ਦੇ ਬਾਰੇ ਪੜ੍ਹਦੇ ਪਏ ਹਾਂ। ਸੋ ਉੱਥੇ ਅਸੀਂ ਪਹੁੰਚ ਚੁੱਕੇ ਹਾਂ। 852 ਸਾਲ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਦਾ ਸਮਾਂ ਆ। ਸੋ ਅਸੀਂ ਉਹਨਾਂ ਚੀਜ਼ਾਂ ਨੂੰ ਦੇਖਦੇ ਪਏ। ਵੈਲਕਮ, ਮੈਂ ਰੂਬੀ ਮਾਲਾ ਆਈ ਆ, ਮਨਦੀਪ ਆਈ ਅੱਜ ਬੜੀ ਦੇਰ ਬਾਅਦ, ਵੈਲਕਮ। ਔਰ ਸਾਡੀ ਸਿਸਟਰ ਕੈਲਗਰੀ ਤੋਂ ਬਹੁਤ ਦੇਰ ਬਾਅਦ ਆਈ ਹੈ, ਵੈਲਕਮ ਸਿਸਟਰ ਜੀ। ਆਓ ਜੀ, ਅਸੀਂ ਹੁਣ 8 ਆਇਤ ਤੋਂ ਲੈ ਕੇ ਇਸ ਨੂੰ ਦੇਖਾਂਗੇ 24 ਆਇਤ ਤੱਕ। ਕਿੰਨਾ ਪੇਜ ਹੈ? 500 ਪਾਸਟਰ ਜੀ? 528 ਪੇਜ ਬੇਟੇ, ਪੁਰਾਣੇ ਨਿਯਮ ਚ। ਹਾਂਜੀ, ਥੈਂਕ ਯੂ ਪਾਸਟਰ ਜੀ। ਅੱਛਾ ਜੀ, ਹੁਣ ਪਾਣੀ ਮੁੱਕ ਗਿਆ, ਪ੍ਰੋਵੀਜ਼ਨ ਮੁੱਕ ਗਿਆ। ਸੋ ਹੁਣ ਕੀ ਬਣੇਗਾ? ਕਿਉਂਕਿ ਹੁਣ ਏਲੀਆ ਨੂੰ ਵੀ ਪ੍ਰਭੂ ਸਟੈਪ ਬਾਏ ਸਟੈਪ ਅੱਗੇ ਵਧਾਉਂਦਾ ਪਿਆ, ਉਹਨੂੰ ਵੀ ਅੱਗੇ ਵਧਾਉਂਦਾ ਪਿਆ, ਉਹਦਾ ਵੀ ਵਿਸ਼ਵਾਸ ਬਣਦਾ ਪਿਆ, ਕਿਉਂਕਿ ਉਸਨੇ ਬਹੁਤ ਵੱਡੇ ਵੱਡੇ ਕੰਮ ਕਰਨੇ। ਠੀਕ, ਔਰ ਅਸੀਂ ਅੱਗੇ ਜਾ ਕੇ ਏਲੀਆ ਨੂੰ ਦੇਖ ਲੈਣਾ ਕਿ ਆਪਣੇ ਆਪ ਦੇ ਵਿੱਚ ਹੈ ਕੀ। ਇੱਕ ਸਧਾਰਨ ਇਨਸਾਨ ਆ ਜਿਸ ਨੂੰ ਅਸਧਾਰਨ ਪਰਮੇਸ਼ਵਰ ਨੇ ਫੜਿਆ। ਇਸ ਤੋਂ ਜ਼ਿਆਦਾ ਏਲੀਆ ਕੁਛ ਨਹੀਂ, ਇੱਕ ਸਧਾਰਨ ਇਨਸਾਨ ਜਿਸ ਨੂੰ ਅਸਧਾਰਨ ਪ੍ਰਭੂ ਨੇ ਫੜਿਆ। ਇਹ ਡਿਫਰੈਂਸ। ਠੀਕ, ਸੋ ਤੁਹਾਡੇ ਵਿੱਚ ਔਰ ਏਲੀਆ ਦੇ ਵਿੱਚ ਕੋਈ ਖਾਸ ਫਰਕ ਨਹੀਂ। ਫਰਕ ਸਿਰਫ ਇੰਨਾ ਆ ਕਿ ਲਿਸਨਿੰਗ ਐਂਡ ਡੂਇੰਗ। ਜੇ ਸੁਣਦੇ ਵੇ ਤਾਂ ਜੇ ਪ੍ਰਭੂ ਦੇ ਵੱਲੋਂ ਕੋਈ ਚੀਜ਼ ਸੁਣੀ ਆ, ਤੁਸੀਂ ਨਹੀਂ ਕੀਤੀ, ਭਾਵੇਂ ਜਿੰਨਾ ਮਰਜ਼ੀ ਕੋਈ ਕਹੀ ਜਾਵੇ ਕਿ ਤੂੰ ਆ ਕੀਤਾ, ਤੂੰ ਉਹ ਕੀਤਾ, ਕਿਉਂ ਕੀਤਾ। If it's from God, you do it. ਕਿਉਂਕਿ ਤੁਹਾਨੂੰ ਪਤਾ ਨਹੀਂ ਕਿ ਸ਼ਾਇਦ ਤੁਹਾਨੂੰ ਕਿਸੇ ਨੂੰ ਵਾਰਨਿੰਗ ਦੇਣ ਦੇ ਲਈ ਪ੍ਰਭੂ ਨੇ ਚੁਣਿਆ ਹੋਵੇ। Do it. ਸ਼ਾਇਦ ਉਸਦੀ ਜਾਨ ਬਚ ਜਾਏ, ਉਹ ਮੁੜ ਜਾਏ। ਸੋ ਰੁਕੋ ਨਾ, just do it. ਫਿਰ ਅਗਲਾ ਕਦਮ ਆਉਂਦਾ, ਉਸ ਤੋਂ ਬਾਅਦ ਫਿਰ ਪ੍ਰਭੂ ਦੁਆਰਾ ਹੋਰ ਦਿੰਦਾ, ਉਸ ਤੋਂ ਬਾਅਦ ਫਿਰ ਪ੍ਰਭੂ ਦੁਆਰਾ ਹੋਰ ਦਿੰਦਾ, ਉਸ ਤੋਂ ਬਾਅਦ ਪ੍ਰਭੂ ਵਿੱਚ ਪ੍ਰਭੂ ਆਪਣਾ ਹੱਥ ਪਿੱਛੇ ਵੀ ਖਿੱਚਦਾ, ਦੇਖਦਾ ਕਿ ਕੀ ਕਰਦਾ। ਅਸੀਂ ਸਾਰੀਆਂ ਚੀਜ਼ਾਂ ਇਹ ਦੇਖੀਆਂ ਏਲੀਆ ਨਬੀ ਦੇ ਵਿੱਚ। ਅਸੀਂ ਏਲੀਆ ਨਬੀ ਨੂੰ ਕੋਈ ਬਹੁਤ ਵੱਡੀ ਚੀਜ਼ ਬਣਾ ਕੇ ਨਹੀਂ ਇੱਥੇ ਦੇਖਦੇ। ਏਲੀਆ ਨਬੀ ਇੱਕ ਸਧਾਰਨ ਇਨਸਾਨ ਸੀ ਜਿਹਨੂੰ ਅਸਧਾਰਨ ਪ੍ਰਭੂ ਨੇ ਫੜਿਆ ਸੀ, ਔਰ ਕਿਉਂਕਿ ਜੋ ਪ੍ਰਭੂ ਨੇ ਕਿਹਾ ਉਹਨੇ ਕੀਤਾ, ਸੋ ਪ੍ਰਭੂ ਨੇ ਉਸਨੂੰ ਅਗਲਾ ਕਦਮ ਦਿਖਾਇਆ। ਉਸਨੇ ਕਿਹਾ ਹੁਣ ਮੈਂ ਕਿੱਥੋਂ ਖਾਊਂਗਾ, ਜੇ ਕਾਲ ਹੀ ਪੈ ਜਾਣਾ ਤੇ ਮੈਂ ਕਿੱਥੋਂ ਖਾਊਂਗਾ। ਕਹਿੰਦੀ ਤੂੰ ਉੱਥੇ ਨਾਲੇ ਕੋਲ ਚੱਲ ਜਾ, ਜਰਦਨ ਦਰਿਆ ਦੇ ਕੋਲ, ਉੱਥੇ ਲੁੱਕ ਕੇ ਆਰਾਮ ਦੇ ਨਾਲ ਬੈਠਾ ਰਹਿ, ਤੈਨੂੰ ਉੱਥੇ ਲੁਕੇ ਉਹਨੂੰ ਸਭ ਕੁਛ ਮਿਲੂਗਾ। ਕਿਉਂਕਿ ਅਹਾਬ ਤਾਂ ਉਹਨੂੰ ਲੱਭਦਾ ਪਿਆ ਸੀ, ਜਿਸਲੇ ਕਾਲ ਪੈ ਜਾਣਾ ਅਹਾਬ ਨੇ ਤੈਨੂੰ ਲੱਭਣਾ ਹੈ, ਉਹਨੂੰ ਮਾਰਨ ਦੇ ਲਈ, ਜਾਨੋਂ ਮਾਰਨ ਦੇ ਲਈ। ਉੱਥੇ ਲੁਕ ਜਾ, ਕਾਂ ਤੇਰੇ ਲਈ ਰੋਟੀ ਤੇ ਮੀਟ ਦਾ ਟੁਕੜਾ ਲੈ ਕੇ ਆਉਣਗੇ, ਉੱਥੇ ਖਾਈ ਜਾਏ, ਉੱਥੇ ਲੁਕ ਕੇ ਬੈਠਾ ਰਹੇ। ਸੋ ਉਸਨੇ ਇਹੋ ਹੀ ਕੀਤਾ। ਇੱਥੋਂ ਪਤਾ ਲੱਗਦਾ ਸਧਾਰਨ ਇਨਸਾਨ, ਸਾਡੇ ਵਰਗੇ ਡਰ ਆ ਉਹਦੇ ਵਿੱਚ। ਠੀਕ, ਸੋ ਸਿਰਫ ਇੰਨਾ ਕਿ ਜਿਸ ਲਈ ਪ੍ਰਭੂ ਬੋਲੇ ਉਹ ਕਰੋ। ਹੁਣ ਉਸਦੀ ਜ਼ਰੂਰਤ ਅੱਗੇ ਵੱਧ ਗਈ, ਹੁਣ ਪਾਣੀ ਨਹੀਂ ਆ ਰਿਹਾ,
ਪ੍ਰਭੂ ਪਾਣੀ ਨਹੀਂ ਆ ਰਿਹਾ, ਹੁਣ ਮੈਂ ਕੀ ਕਰਾਂ? ਸੋ ਪ੍ਰਭੂ ਨੇ ਉਸ ਤੋਂ ਵੱਡੀ ਚੀਜ਼ ਉਸ ਦੇ ਲਈ ਪਹੁੰਚੀ ਹੋਈ। ਸੋ ਆਓ 8 ਆਇਤ ਤੋਂ ਲੈ ਕੇ 24 ਆਇਤ ਤੱਕ ਜਿਸ ਨੂੰ ਮਿਲ ਜਾਏ ਉਹ ਪੜ੍ਹਦੇ। ਹਾਂਜੀ, ਮੈਂ ਪੜ੍ਹ ਦਿੰਦੀ ਹਾਂ। ਥੈਂਕ ਯੂ ਮੇਰੀ ਭੈਣ। ਤਦ ਪ੍ਰਭੂ ਨੇ ਏਲੀਆ ਨੂੰ ਕਿਹਾ, ਤੂੰ ਉੱਠ ਕੇ ਸਿਦੋਨ ਦੇ ਇਲਾਕੇ ਦੇ ਸਾਰਫਤ ਸ਼ਹਿਰ ਨੂੰ ਜਾ ਅਤੇ ਉੱਥੇ ਰਹਿ। ਮੈਂ ਉੱਥੋਂ ਦੀ ਇੱਕ ਵਿਧਵਾ ਨੂੰ ਆਗਿਆ ਦਿੱਤੀ ਹੈ ਕਿ ਉਹ ਤੇਰੇ ਭੋਜਨ ਦਾ ਪ੍ਰਬੰਧ ਕਰੇ। ਸੋ ਏਲੀਆ ਸਾਰਫਤ ਵੱਲ ਚੱਲ ਪਿਆ ਅਤੇ ਜਦੋਂ ਉਹ ਸਾਰਫਤ ਦੇ ਫਾਟਕ ਕੋਲ ਪਹੁੰਚਿਆ ਤਾਂ ਉਸਨੇ ਇੱਕ ਵਿਧਵਾ ਔਰਤ ਨੂੰ ਉੱਥੇ ਬਾਲਣ ਲਈ ਲੱਕੜੀਆਂ ਚੁਣਦੇ ਦੇਖਿਆ। ਏਲੀਆ ਨੇ ਉਸ ਵਿਧਵਾ ਨੂੰ ਕਿਹਾ, ਮੇਰੇ ਪੀਣ ਲਈ ਥੋੜਾ ਜਿਹਾ ਪਾਣੀ ਲਿਆਉਣਾ। ਜਦੋਂ ਉਹ ਪਾਣੀ ਲੈਣ ਲਈ ਜਾਣ ਲੱਗੀ ਤਾਂ ਏਲੀਆ ਨੇ ਉਸ ਨੂੰ ਕਿਹਾ, ਮੇਰੇ ਲਈ ਇੱਕ ਰੋਟੀ ਵੀ ਲਈ ਆਉਣਾ। ਉਸ ਵਿਧਵਾ ਔਰਤ ਨੇ ਉੱਤਰ ਦਿੱਤਾ, ਜਿਉਂਦੇ ਪ੍ਰਭੂ ਤੇਰੇ ਪਰਮੇਸ਼ਵਰ ਦੀ ਸਹੁੰ, ਮੇਰੇ ਕੋਲ ਪੱਕੀ ਰੋਟੀ ਨਹੀਂ ਹੈ। ਮੇਰੇ ਘਰ ਕੇਵਲ ਇੱਕ ਮੁੱਠ ਆਟੇ ਦੀ ਅਤੇ ਇੱਕ ਕੁੱਪੀ ਵਿੱਚ ਥੋੜਾ ਜਿਹਾ ਤੇਲ ਹੈ। ਮੈਂ ਇਹ ਲੱਕੜੀਆਂ ਇਕੱਠੀਆਂ ਕਰ ਰਹੀ ਸਾਂ ਕਿ ਮੈਂ ਜਾ ਕੇ ਉਸ ਮੁੱਠ ਆਟੇ ਦੀ ਇੱਕ ਰੋਟੀ ਬਣਾਵਾਂ ਅਤੇ ਮੈਂ ਤੇ ਮੇਰਾ ਪੁੱਤਰ ਉਸ ਆਖਰੀ ਅੰਨ ਨੂੰ ਖਾ ਕੇ ਫਿਰ ਭੁੱਖੇ ਮਰ ਜਾਈਏ। ਏਲੀਆ ਨਬੀ ਨੇ ਉਸ ਵਿਧਵਾ ਨੂੰ ਕਿਹਾ, ਤੂੰ ਘਾਬਰ ਨਾ, ਸਗੋਂ ਜਾ ਕੇ ਰੋਟੀ ਬਣਾ ਅਤੇ ਲਿਆ ਕੇ ਮੈਨੂੰ ਖਵਾ। ਇਸ ਦੇ ਪਿੱਛੋਂ ਤੂੰ ਆਪਣੇ ਅਤੇ ਆਪਣੇ ਪੁੱਤਰ ਲਈ ਭੋਜਨ ਬਣਾਈ। ਪ੍ਰਭੂ ਦਾ ਇਸ ਸੰਬੰਧ ਵਿੱਚ ਇਹ ਵਚਨ ਹੈ, ਤੇਰੇ ਪੀਪੇ ਵਿਚਲੀ ਇੱਕ ਮੁੱਠ ਆਟਾ ਅਤੇ ਕੁੱਪੀ ਵਿਚਲਾ ਥੋੜਾ ਜਿਹਾ ਤੇਲ ਉਸ ਸਮੇਂ ਤੱਕ ਨਹੀਂ ਮੁੱਕੇਗਾ ਜਦੋਂ ਤੱਕ ਮੈਂ ਪ੍ਰਭੂ ਮੀਂਹ ਨਾ ਬਰਸਾਵਾਂਗਾ। ਸੋ ਉਹ ਵਿਧਵਾ ਨੇ ਜਾ ਕੇ ਏਲੀਆ ਦੇ ਕਹੇ ਅਨੁਸਾਰ ਕੀਤਾ ਅਤੇ ਉਹਨਾਂ ਸਭ ਲਈ ਉਸ ਦੇ ਘਰ ਕਾਫੀ ਦਿਨਾਂ ਤੱਕ ਭੋਜਨ ਰਿਹਾ, ਜਿਸ ਤਰ੍ਹਾਂ ਪ੍ਰਭੂ ਨੇ ਏਲੀਆ ਦੇ ਰਾਹੀਂ ਕਿਹਾ ਸੀ। ਨਾ ਤਾਂ ਪੀਪੇ ਵਿੱਚੋਂ ਆਟਾ ਮੁੱਕਿਆ ਅਤੇ ਨਾ ਹੀ ਕੁੱਪੀ ਵਿਚਲਾ ਤੇਲ ਘਟਿਆ। ਬਸ ਇੱਥੇ ਤੱਕ ਠੀਕ ਹੈ ਸਿਸਟਰ ਜੀ, ਇੱਥੇ ਤੱਕ ਠੀਕ। ਸੋ ਹੁਣ ਪ੍ਰਭੂ ਦੇ ਵਚਨ ਦੇ ਵਿੱਚ ਤੁਸੀਂ ਇਹ ਚੀਜ਼ ਨੂੰ ਦੇਖੋ, ਪ੍ਰੋਵੀਜ਼ਨ ਇੱਕ ਐਸੀ ਚੀਜ਼ ਹੈ ਜਿਸ ਦੇ ਲਈ ਅਸੀਂ ਬਹੁਤ ਡਰਦੇ। ਕਿੱਥੋਂ ਆਏਗਾ, ਕਿੱਦਾਂ ਹੋਏਗਾ? ਸਾਡੀ 90% ਜਿਹੜੀ ਐਨਰਜੀ ਹੈ ਉਹ ਪ੍ਰੋਵੀਜ਼ਨ ਦੇ ਉੱਤੇ। ਸਾਡੇ ਬੱਚੇ ਉਹਨਾਂ ਨੂੰ ਪ੍ਰੋਵਾਈਡ ਕਰਨਾ, ਉਹਨਾਂ ਦੇ ਕਾਲਜ, ਉਹਨਾਂ ਦੇ ਸਕੂਲ, ਉਹਨਾਂ ਦੇ ਕੱਪੜੇ, ਉਹਨਾਂ ਦੇ ਲੱਤੇ, ਸਾਰਾ ਕੁਝ, ਉਹਨਾਂ ਦਾ ਖਾਣਾ, ਉਹਨਾਂ ਦਾ ਪੀਣਾ, ਜੋ ਵੀ ਹੈ, ਘਰ ਦੀਆਂ ਚੀਜ਼ਾਂ, ਪ੍ਰੋਵੀਜ਼ਨ। ਸੋ ਹੁਣ ਇੱਕ ਔਰਤ ਆ, ਉਸਨੂੰ ਕਿਸੇ ਰਾਜੇ ਦੇ ਕੋਲ ਨਹੀਂ ਘੱਲਿਆ, ਸਿਦੋਨ ਦੇ ਰਾਜੇ ਦੇ ਕੋਲ ਵੀ ਕਰ ਸਕਦਾ ਸੀ, ਕਿਉਂਕਿ ਸਿਦੋਨ ਦੇ ਵਿੱਚ ਤਾਂ ਜਿਹੜੇ ਰਾਜਾ ਸੀਗੇ they were okay, ਕਿਉਂਕਿ ਉਹਨਾਂ ਨੂੰ ਤਾਂ ਇਹਦੇ ਨਾਲ ਕੋਈ ਵੈਰ ਨਹੀਂ ਸੀਗਾ। ਕੱਲ ਨੂੰ ਮੈਂ ਤੁਹਾਨੂੰ ਮੈਪ ਦੇ ਵਿੱਚ ਦਿਖਾਉਂਗਾ ਸਾਰੀ ਚੀਜ਼ਾਂ। ਅੱਜ ਤਾਂ ਮੈਂ ਲੱਗਾ ਰਿਹਾ ਵੀ ਪਿਕਚਰ ਨਹੀਂ ਆਉਂਦੀ, ਇਹਨੇ ਕਾਫੀ ਸਮਾਂ ਮੇਰਾ ਖਰਾਬ ਕਰ ਦਿੱਤਾ। ਸੋ ਮੁੰਡੇ ਨੇ ਆ ਕੇ 1 ਮਿੰਟ 'ਚ ਸਭ ਕੁਝ ਸੈੱਟ ਕਰ ਦਿੱਤਾ। ਵੀ ਉਹਨੂੰ ਤਾਂ ਇਹੋ ਹੀ ਫਿਕਰ ਸੀਗਾ, ਔਰ ਸਾਡਾ ਵੀ ਇਹੋ ਹੀ ਫਿਕਰ ਭਾਈ। ਕਰੋਨਾ ਤੋਂ ਬਾਅਦ ਸਾਰੀਆਂ ਚੀਜ਼ਾਂ ਦਾ ਪ੍ਰਾਈਸਾਂ ਵਧੀਆਂ ਆ, ਖਾਣੇ ਦੀਆਂ ਪ੍ਰਾਈਸਾਂ ਵਧੀਆਂ, ਪੀਣ ਵਾਲੀਆਂ ਚੀਜ਼ਾਂ ਦੀਆਂ ਪ੍ਰਾਈਸਾਂ ਵਧੀਆਂ, ਜਿੱਥੇ ਦੇਖ ਲਓ ਹੱਥ ਨਹੀਂ ਲੱਗਦਾ ਪਿਆ। ਔਰ ਫਿਕਰ ਇਸ ਚੀਜ਼ ਦਾ ਭਾਈ ਕਿੱਦਾਂ ਲਈਏ, ਕਿੱਥੋਂ ਲਈਏ, ਠੀਕ ਹੈ ਨਾ। ਮੈਂ ਇਹ ਗੱਲ ਕਰਦਾ ਕਿਉਂਕਿ ਸਪਲਾਈ ਚੇਨ ਰੁਕੀ ਹੋਆ, ਖਾਣਾ ਆ ਨਹੀਂ ਰਿਹਾ, ਚੀਜ਼ਾਂ ਆ ਨਹੀਂ ਰਹੀਆਂ, ਔਰ ਜਿਹੜੀਆਂ ਹੁਣ ਆ ਰਹੀਆਂ ਉਹਨਾਂ ਦੀਆਂ ਪ੍ਰਾਈਸਾਂ ਜ਼ਿਆਦਾ। ਠੀਕ, ਸੋ ਇਸੇ ਤਰ੍ਹਾਂ ਦਾ ਉੱਥੇ ਗੱਲ ਇਸ ਤੋਂ ਵੀ ਜ਼ਿਆਦਾ ਹੈ। ਲੱਕੜੀਆਂ ਚੁਣਦੀ ਪਈ ਆ, ਥੋੜਾ ਜਿਹਾ ਆਟਾ ਆ, ਥੋੜਾ ਜਿਹਾ ਤੇਲ ਆ। ਸੋ ਉਹ ਆਟਾ, ਤੇਲ ਤੇ ਮੋਸਟਲੀ ਉਹਨਾਂ ਦੀ ਜਿਹੜੀ ਖਾਸ ਖੁਰਾਕ ਆ, ਤੇਲ ਦੇ ਵਿੱਚ ਵਿਨੇਗਰ ਪਾ ਕੇ ਤੇ ਰੋਟੀ ਨੂੰ ਵਿੱਚ ਡੋਬ ਕੇ ਤੇ ਉਹ ਖਾਂਦੇ ਆ। ਇਹ ਉਹਨਾਂ ਦੀ ਇੱਕ ਡਿਸ਼। ਸੋ ਹੁਣ ਉਸਨੂੰ ਉਹ ਕਹਿ ਰਿਹਾ ਕਿ ਉਹ
पानी और रोटी तू मैनू दे। वो कहंदी है ही एक रोटी। और हुण उहदे कोल प्रभु दा शब्द आया। असी बहुत तेज पढ़ के निकल जाने। साडी वचन पढ़न दी जिहड़ी सब तो बड़ी गलती हुंदी है वो है साडी तेजी। और इत्थे अगर 13वीं आयत तो असी पढ़िए तो इत्थे एलिया दे मुंह दे राही प्रभु बोलिया। सो उसने क्या, और उस लेडी ने भी ये चीज कही है, तेरे प्रभु दी सौं। यानी कि वो उस प्रभु ਨੂੰ ਮੰਨਦੀ नहीं, पर एलिया ਨੂੰ उसने पछाण लिया क्योंकि एलिया ਦੇ ਉੱਤੇ ਜਿਹੜੀ ਚਾਦਰ ਆ, ਜਿਹੜੀ ਹੈਗੀ ਆ ਪ੍ਰੇਅਰ ਸ਼ਾਲ ਆ, ਉਸਦੇ ਨਾਲ ਜਿਹੜੀਆਂ ਗੰਢਾਂ ਲੱਗੀਆਂ ਆ, ਜਿਵੇਂ ਮੈਂ ਤੁਹਾਨੂੰ ਪ੍ਰੇਅਰ ਸ਼ਾਲ ਪਹਿਲਾਂ ਵੀ ਦਿਖਾਇਆ ਸੀ, ਮੈਂ ਤੁਹਾਨੂੰ ਫਿਰ ਦਿਖਾਉਂਗਾ, ਕੱਲ ਨੂੰ ਦਿਖਾ ਦੂੰਗਾ। क्योंकि वही प्रेयर शाल गां अलीशा दे उत्ते पाया जाना, वो प्रेयर शाल है ਉਹਦੇ ਉੱਤੇ। और उस तो उसने पछाण लिया कि ये इजरायली भी प्रभु दे लोग सगे, क्योंकि कुणवे सगे इजरायली या यहूदा तो नबी उत्थे दा बंदा। सो उसने क्या, तेरे प्रभु दी सौं मेरे को सिर्फ है। सो देखो हुण वो बोलिया, तू घाबर ना, सगों जाके रोटी बना के लिया और मैनू खुआ। इसते पिछों अपने और अपने पुत्र दे लई भोजन बनाई। प्रभु दा इस संबंध दे विच ये वचन है, तेरे पीपे विचली एक मुठ आटा अते कुप्पी विच थोड़ा जिहा तेल उस समय तक नहीं मुकेगा जदों तक मैं प्रभु मीना ब्रा। इत्थे प्रभु दी आवाज जिहड़ी आ वो एलिया दे राही। सो पहला मिरेकल उसनू कावां तो खड़ाउंदा पिया। दूसरा मिरेकल कि हुण प्रभु वो मन्ना उपरों प्रोवाइड करता पिया, कां कितों लैके आ रहे। ये जिहड़ा खाना आ हुण उसने खाना आ, ये मन्ने दी तरह है कि हर सवेरे उस पीपे दे विच प्रभु आटा भी पाएगा और उस कुप्पी दे विच तेल भी पाएगा, और उन्होंने सारा दिन लंघ जाएगा, सारा शाम तक वो खत्म हो जाएगा, और अगली सवेरे फिर प्रभु मन्ने दी तरह जिदा मन्ना बनाउंदा सी उहदे विच फिर आटा होएगा और उहदे विच फिर तेल होएगा। कहने दा कि भाव कि प्रभु दा आना जाना हर दिन होएगा जद असीं प्रभु दे उत्ते चीज छड्ड दिंदे, जद उहदे उत्ते छड्ड दिंदे। हाँ वो करते हैं जो करना है, लेकिन जिहड़ा रिजल्ट है उस प्रभु दे छड्ड। सो प्रभु उसनू एक मिरेकल तो बाद दूजा मिरेकल, ये मिरेकल उस औरत दे लई नहीं हो रहा, ये मिरेकल एलाइजा दे लई हो रहा। एक साधारण बंदा जिसनू प्रभु ने चुनिया और वखरा किया, उहदे लई हो रहा। सो हुण उसनू क्या कि ना तो वो आटा मुकेगा। सो विधवा ने जाके एलिया दे कहे अनुसार किता, उन्हां सब दे लई उसदे घर दे विच काफी दिनां तक भोजन रहा, जिस तरह प्रभु ने एलिया दे राही क्या सी, ना तां पीपे विचों आटा मुक्या अते ना ही कुप्पी विचों तेल कढिया। उन्हां सारियां दे लई, उहदे लई और उसदे टब्बर दे लई। That's what it means. कुछ नहीं मुका, और प्लस एरिया कुछ नहीं। सो असी एक मिरेकल
ਜੋ ਏਲੀਆ ਦੇ ਲਈ ਹੋ ਰਿਹਾ ਉਹਨੂੰ ਦੇਖਿਆ, ਦੂਜਾ ਮਿਰਾਕਲ ਜੋ ਏਲੀਆ ਦੇ ਲਈ ਹੋ ਰਿਹਾ ਉਸ ਨੂੰ ਦੇਖਿਆ, ਹੁਣ ਤੀਜਾ ਮਿਰਾਕਲ ਜੋ ਏਲੀਆ ਦੇ ਲਈ ਹੀ ਹੋਣਾ ਹੈ। ਅਸੀਂ ਕਹਿੰਦੇ ਏਲੀਆ ਦੇ ਦੁਆਰਾ ਇਹ ਚੀਜ਼ਾਂ ਨਾ, ਏਲੀਆ ਦੇ ਲਈ ਹੋ ਰਹੀਆਂ ਇਹ ਚੀਜ਼ਾਂ, ਤਾਂ ਕਿ ਜੋ ਅਗਲਾ ਕੰਮ ਆ ਰਿਹਾ, ਜੋ ਅਗਲਾ ਹੁਕਮ ਆ ਰਿਹਾ ਉਹ ਬਹੁਤ ਵੱਡਾ ਹੈ, ਔਰ ਉਸ ਦੇ ਲਈ ਏਲੀਆ ਨੂੰ ਬਹੁਤ ਵੱਡਾ ਫੇਥ ਚਾਹੀਦਾ, ਏਲੀਆ ਦਾ ਵਿਸ਼ਵਾਸ ਬਹੁਤ ਜ਼ਿਆਦਾ ਚਾਹੀਦਾ। ਔਰ ਅਸੀਂ ਦੇਖਾਂਗੇ ਕਿ ਏਲੀਆ ਤਾਂ ਹਰੇਕ ਨਿੱਕੀ ਨਿੱਕੀ ਚੀਜ਼ ਤੇ ਹੱਥ ਖੜੇ ਕਰ ਲੈਂਦਾ, ਔਰ ਹੁਣ ਅਸੀਂ ਉਸ ਨੂੰ ਦੇਖਾਂਗੇ। ਆਓ 17 ਆਇਤ ਤੋਂ ਲੈ ਕੇ 24 ਆਇਤ ਤੱਕ ਦੇਖੀਏ। 17 ਤੋਂ 24 ਤੱਕ ਜਿਸ ਨੂੰ ਮਿਲ ਜਾਏ ਪੜ੍ਹਦੇ, ਫਟਾਫਟ ਪੜ੍ਹਦਿਆ ਕਰੋ, ਹੈ ਚੰਗਾ ਲੱਗਦਾ। ਹਾਂ, ਜਿਸਲੇ ਸਾਰੇ ਜਾਣੇ ਰਲ ਮਿਲ ਕੇ ਪੜ੍ਹਦੇ ਆ ਬਹੁਤ ਚੰਗਾ ਲੱਗਦਾ। ਕੁਝ ਸਮੇਂ ਦੇ ਪਿੱਛੋਂ ਉਸ ਵਿਧਵਾ ਦਾ ਪੁੱਤਰ ਬਿਮਾਰ ਪੈ ਗਿਆ ਤੇ ਉਸ ਦੀ ਬਿਮਾਰੀ ਹਰ ਦਿਨ ਵੱਧਦੀ ਗਈ, ਅੰਤ ਉਹ ਮਰ ਗਿਆ। ਉਸ ਵਿਧਵਾ ਨੇ ਏਲੀਆ ਨੂੰ ਕਿਹਾ, ਪਰਮੇਸ਼ਰ ਦੇ ਬੰਦੇ, ਤੂੰ ਮੇਰੇ ਨਾਲ ਇਹ ਕਿਉਂ ਕੀਤਾ? ਕੀ ਤੂੰ ਇੱਥੇ ਆ ਕੇ ਪਰਮੇਸ਼ਰ ਨੂੰ ਮੇਰੇ ਪਾਪਾਂ ਦੀ ਯਾਦ ਕਰਵਾਉਣ ਆਇਆ ਸਾਂ ਕਿ ਮੇਰਾ ਪੁੱਤਰ ਮਰ ਜਾਵੇ? ਏਲੀਆ ਨੇ ਵਿਧਵਾ ਨੂੰ ਕਿਹਾ, ਆਪਣਾ ਪੁੱਤਰ ਮੈਨੂੰ ਦੇ ਦੇ। ਵਿਧਵਾ ਨੇ ਆਪਣਾ ਪੁੱਤਰ ਉਸ ਨੂੰ ਦਿੱਤਾ ਅਤੇ ਉਹ ਉਸ ਨੂੰ ਚਵਾਰੇ ਉੱਤੇ ਲੈ ਗਿਆ ਜਿੱਥੇ ਉਹ ਰਹਿੰਦਾ ਸੀ। ਏਲੀਆ ਨੇ ਮੁੰਡੇ ਨੂੰ ਆਪਣੇ ਬਿਸਤਰੇ ਉੱਤੇ ਲੰਮਾ ਪਾ ਦਿੱਤਾ। ਫਿਰ ਉਸਨੇ ਇਹ ਕਹਿ ਕੇ ਪ੍ਰਾਰਥਨਾ ਕੀਤੀ, ਪ੍ਰਭੂ ਮੇਰੇ ਪਰਮੇਸ਼ਰ, ਤੂੰ ਇਸ ਵਿਧਵਾ ਨਾਲ ਇਹ ਭਿਆਨਕ ਕੰਮ ਕਿਉਂ ਕੀਤਾ? ਇਸਨੇ ਮੇਰੀ ਕਿੰਨੀ ਦੇਖਭਾਲ ਕੀਤੀ ਹੈ, ਪਰ ਤੂੰ ਉਸਦੇ ਪੁੱਤਰ ਨੂੰ ਮਾਰ ਦਿੱਤਾ ਹੈ। ਇਹ ਕਹਿ ਕੇ ਏਲੀਆ ਮੁੰਡੇ ਉੱਤੇ 3 ਵਾਰ ਲੰਮਾ ਪਿਆ ਤੇ ਉਸਨੇ ਦੁਬਾਰਾ ਇਹ ਕਹਿ ਕੇ ਪ੍ਰਾਰਥਨਾ ਕੀਤੀ, ਪ੍ਰਭੂ ਮੇਰੇ ਪਰਮੇਸ਼ਰ, ਨੂੰ ਇਸ ਮੁੰਡੇ ਦੇ ਪ੍ਰਾਣ ਵਾਪਸ ਇਸ ਵਿੱਚ ਪਾ। ਪ੍ਰਭੂ ਨੇ ਏਲੀਆ ਦੀ ਪ੍ਰਾਰਥਨਾ ਸੁਣ ਲਈ ਤੇ ਬੱਚੇ ਵਿੱਚ ਵਾਪਸ ਪ੍ਰਾਣ ਆ ਗਏ ਤੇ ਉਹ ਜੀ ਪਿਆ। ਤਦ ਏਲੀਆ ਮੁੰਡੇ ਨੂੰ ਹੇਠ ਉਸ ਦੀ ਮਾਂ ਕੋਲ ਲੈ ਗਿਆ ਤੇ ਉਸਨੂੰ ਕਿਹਾ, ਦੇਖ ਤੇਰਾ ਪੁੱਤਰ ਜੀ ਪਿਆ ਹੈ। ਉਸ ਵਿਧਵਾ ਔਰਤ ਨੇ ਉੱਤਰ ਦਿੱਤਾ, ਹੁਣ ਮੈਂ ਜਾਣ ਗਈ ਹਾਂ ਕਿ ਤੂੰ ਸੱਚਮੁੱਚ ਪਰਮੇਸ਼ਰ ਦਾ ਬੰਦਾ ਹੈ ਤੇ ਪ੍ਰਭੂ ਤੇਰੇ ਦੁਆਰਾ ਆਪਣਾ ਸੱਚ ਵਚਨ ਬੋਲਦਾ ਹੈ। ਹੁਣ ਦੇਖੋ, ਹੁਣ ਜਿਹੜਾ ਅਗਲਾ ਮਿਰਾਕਲ ਆ ਉਸ ਦੇ ਰਾਹੀਂ ਪ੍ਰਭੂ ਨੇ 2 ਜਾਣਿਆਂ ਨੂੰ ਆਪਣੇ ਵੱਲ ਨੂੰ ਖਿੱਚਿਆ। ਸਦੋਨ ਦੇ ਵਿੱਚ ਵੀ ਹੁਣ ਪ੍ਰਭੂ ਦਾ ਵਚਨ ਚਲਾ ਗਿਆ। ਉਸ ਵਿਧਵਾ ਦਾ ਮੁੰਡਾ ਮਰ ਗਿਆ। ਇਜ਼ਰਾਈਲੀਆਂ ਦੇ ਵਾਂਗ ਕਿ ਉਹ ਮੰਨਾ ਮੂੰਹ ਦੇ ਵਿੱਚ ਹੁੰਦਾ ਸੀ, ਉਹਦਾ ਦਿੱਤਾ ਖਾਂਦੇ ਸੀਗੇ, ਔਰ ਫਿਰ ਵੀ ਉਹ ਪ੍ਰਭੂ ਨੂੰ ਕਹਿੰਦੇ ਸੀਗੇ ਕਿ ਸਾਨੂੰ ਮੂਲੀਆਂ ਨਹੀਂ ਮਿਲਦੀਆਂ, ਸਾਨੂੰ ਗੰਢੇ ਨਹੀਂ ਮਿਲਦੇ ਪਏ। ਉੱਥੇ ਅਸੀਂ ਗੰਢੀਆਂ ਖਾਂਦੇ ਹੁੰਦੇ ਸੀ, ਅਸੀਂ ਲਸਣ ਖਾਂਦੇ ਹੁੰਦੇ ਸੀ, ਇੱਥੇ ਸਾਨੂੰ ਇਹ ਸੁੱਕਾ ਮੰਨਾ ਤੂੰ ਖਾਣ ਨੂੰ ਦੇ ਰਹੇ। ਉਹੀ ਹਾਲ ਇੱਥੇ ਆ ਭਾਈ। ਪ੍ਰਭੂ ਦਾ ਮੰਨਾ ਹਰ ਰੋਜ਼ ਉਹਦੇ ਪੀਪੇ ਦੇ ਵਿੱਚ ਪੈਂਦਾ ਪਿਆ। ਉਹ ਪਵਿੱਤਰ ਤੇਲ ਜੋ ਸਵਰਗ ਤੋਂ ਆ ਰਿਹਾ ਉਹ ਉਸਦੀ ਕੁੱਪੀ ਦੇ ਵਿੱਚ ਪੈ ਰਿਹਾ, ਉਹਦਾ ਖਾਨਦਾਨ ਖਾ ਰਿਹਾ, ਜਦ ਕਿ ਆਲੇ ਦੁਆਲੇ ਦੇ ਲੋਕ ਭੁੱਖੇ ਮਰਦੇ ਪਏ। ਉਸਨੂੰ ਉਸ ਵੇਲੇ ਯਾਦ ਨਹੀਂ ਆਇਆ ਕਿ ਪ੍ਰਭੂ ਦਾ ਬੰਦਾ, ਉਸਦਾ ਮੁੰਡਾ ਮਰ ਗਿਆ, ਔਰ ਉਸਨੇ ਆ ਕੇ ਉਸਨੂੰ ਬਲੇਮ ਕੀਤਾ ਕਿ ਤੁਸੀਂ ਸਾਨੂੰ ਪਾਪੀ ਲੋਕ ਕਹਿੰਦੇ ਆ ਕਿਉਂਕਿ ਅਸੀਂ ਤੁਹਾਡੇ ਪ੍ਰਭੂ ਨੂੰ ਨਹੀਂ ਮੰਨਦੇ, ਅਸੀਂ ਦੇਵਤਿਆਂ ਦੀ ਪੂਜਾ ਕਰਦੇ। ਤੂੰ ਮੈਨੂੰ ਮੇਰੇ ਪਾਪ ਹੀ ਯਾਦ ਕਰਾਉਣ ਆਇਆ ਸੀ ਕਿ ਬਿਮਾਰ ਹੋ ਗਿਆ। ਏਲੀਆ ਨੇ ਬਿਮਾਰੀ ਦੇ ਲਈ ਪ੍ਰਭੂ ਦੇ ਕੋਲ ਦੁਆ ਕੀਤੀ ਹੋਏਗੀ, ਇਹ ਤਾਂ ਹੋ ਨਹੀਂ ਸਕਦਾ। ਪਰ ਨਹੀਂ, ਬਿਮਾਰੀ ਵੱਧਦੀ ਗਈ और आखिर मुंडा मर गया। और हुण उस औरत ने उसनू कहा कि तू मेरे सिर्फ मैनू पाप याद कराउण आया सी। अगर बाइबल दे विच देखो साडे वर्गे साधारण लोग आ भाई सारे,
ਔਰ ਏਲੀਆ ਵੀ ਸਾਡੇ ਵਰਗਾ ਸਧਾਰਨ। ਉਹ ਕਹਿ ਰਿਹਾ ਕਿ ਤੁਸੀਂ ਅੱਛਾ ਤੂੰ ਉਸ ਮੁੰਡੇ ਨੂੰ ਮੇਰੇ ਕੋਲ ਲੈ ਕੇ ਆ। ਔਰ ਫਿਰ ਉਸਨੇ ਪ੍ਰਭੂ ਨੂੰ ਕਿਹਾ, ਉਸਨੇ ਵਿਧਵਾ ਨੂੰ ਕਿਹਾ ਕਿ ਮੁੰਡਾ ਮੈਨੂੰ ਦੇ। ਵਿਧਵਾ ਨੇ ਆਪਣੇ ਪੁੱਤਰ ਨੂੰ ਉਸਨੂੰ ਦੇ ਦਿੱਤਾ। ਉਸਨੂੰ ਚੁਬਾਰੇ ਦੇ ਵਿੱਚ ਲੈ ਗਿਆ ਜਿੱਥੇ ਉਹ ਰਹਿੰਦਾ ਸੀ। ਏਲੀਆ ਮੁੰਡੇ ਦੇ ਬਿਸਤਰੇ ਉੱਤੇ ਲੰਮਾ ਪੈ ਦਿੱਤਾ ਔਰ ਫਿਰ ਉਸ ਇਹ ਕਹਿ ਕੇ ਪ੍ਰਾਰਥਨਾ ਕੀਤੀ, ਹੇ ਪ੍ਰਭੂ ਪਰਮੇਸ਼ਵਰ, ਤੂੰ ਇਸ ਵਿਧਵਾ ਦੇ ਨਾਲ ਇਹ ਭਿਅੰਕਰ ਕੰਮ ਕਿਉਂ ਕੀਤਾ ਜਿਸਨੇ ਮੇਰੀ ਐਨੀ ਦੇਖ ਰੇਖ ਕੀਤੀ ਸੀ। ਤੂੰ ਉਸਦੇ ਪੁੱਤਰ ਨੂੰ ਮਾਰ ਦਿੱਤਾ ਹੈ। ਵਾਓ, ਕਿੱਡਾ ਵੱਡਾ ਇਲਜ਼ਾਮ। ਸੋ ਕਾਮਾਂ ਤੋਂ ਰੋਟੀ ਖਾ ਕੇ, ਕਾਮਾਂ ਤੋਂ ਮੀਟ ਖਾ ਕੇ, ਰੋਜ਼ ਸਵਰਗ ਦਾ ਖਾਣਾ ਖਾ ਕੇ ਏਲੀਆ ਦਾ ਇਹ ਹਾਲ। ਜਿਸ ਤਰ੍ਹਾਂ ਹੁਣ ਅਸੀਂ ਵਚਨ ਦੇਖਦੇ ਪਏ ਨਾ, ਜਿੱਦਾਂ ਕਿ ਬਾਈਬਲ ਦੇ ਬਹੁਤ ਸਾਰੇ ਕੈਰੈਕਟਰਸ ਨੂੰ ਬਹੁਤ ਵੱਡਾ ਬਣਾ ਦਿੱਤਾ ਜਾਂਦਾ, ਔਰ ਫਿਰ ਜੇ ਅਸੀਂ ਉਹਨਾਂ ਨੂੰ ਵੱਡਾ ਬਣਾ ਦਿੰਦੇ ਹਾਂ ਨਾ, ਬਹੁਤ ਹੀ ਵੱਡਾ ਬਣਾ ਦਿੰਦੇ ਹਾਂ, ਤੇ ਫਿਰ ਅਸੀਂ ਆਪਣੇ ਆਪ ਨੂੰ ਜਿਉਂ ਜਿੰਨਾ ਕਰ ਲੈਂਦੇ ਛੋਟਾ ਜਿਹਾ। ਪਰ ਤੁਸੀਂ ਅਗਰ ਉਹਨਾਂ ਦੀਆਂ ਕੰਮਾਂ ਨੂੰ ਦੇਖੋ ਤੇ ਸਾਨੂੰ ਫਿਰ ਪਤਾ ਲੱਗਦਾ, ਜਿਸ ਲਈ ਉਹਨਾਂ ਦੇ ਵਿੱਚੋਂ ਦੀ ਆਪਾਂ ਗੁਜ਼ਰਦੇ ਹਾਂ, ਫਿਰ ਪਤਾ ਲੱਗਦਾ ਕਿ ਨਹੀਂ ਭਾਈ, ਉਹ ਸਾਡੇ ਵਰਗੇ ਲੋਕ ਸੀ। ਫਰਕ ਸਿਰਫ ਇੰਨਾ ਕਿ ਜਿੱਦਾਂ ਪ੍ਰਭੂ ਯਿਸੂ ਦੇ ਵਿੱਚ ਅਸੀਂ ਚੁਣੇ ਗਏ, ਇਸੇ ਤਰ੍ਹਾਂ ਪ੍ਰਭੂ ਨੇ ਉਹਨਾਂ ਲੋਕਾਂ ਨੂੰ ਚੁਣਿਆ ਸੀ। ਉਸ ਖਾਨਦਾਨ ਨੂੰ, ਅਬਰਾਹਮ ਦੇ ਖਾਨਦਾਨ ਨੂੰ ਚੁਣਿਆ ਸੀ। ਔਰ ਉਹ ਉਸਨੇ ਆਪਣੇ ਵਾਅਦੇ ਧਰਤੀ ਤੇ ਪੂਰੇ ਕੀਤੇ ਕਿ ਇੱਕ ਗੁਲਾਮ ਕੌਮ ਨੂੰ ਲੈ ਕੇ ਉਸਨੇ ਇਸ ਧਰਤੀ ਤੇ ਇੱਕ ਵਾਅਦਾ ਕੀਤਾ ਸੀ ਉਹਨਾਂ ਦੇ ਬਜ਼ੁਰਗ ਦੇ ਨਾਲ। ਪ੍ਰਭੂ ਨੇ ਉਸ ਲਾਲ ਸਾਗਰ ਦੇ ਵਿੱਚ ਦੀ ਲੰਘਾ ਕੇ ਉਹਨਾਂ ਨੂੰ ਆਪਣੀ ਧਰਤੀ ਦਿੱਤੀ, ਆਪਣਾ ਰਾਜ ਦਿੱਤਾ, ਜਿਸ ਨੂੰ ਉਹ ਪ੍ਰੋਮਿਸ ਲੈਂਡ ਕਹਿੰਦੇ, ਜਿਹੜਾ ਅੱਜ ਦਾ ਇਜ਼ਰਾਈਲ। ਇਸੇ ਤਰ੍ਹਾਂ ਯਿਸੂ ਦੇ ਵਿੱਚ ਉਸਨੇ ਇੱਕ ਸਾਡੇ ਨਾਲ ਵਾਅਦਾ ਕੀਤਾ, ਔਰ ਫਿਰ ਉਸ ਬਪਤਿਸਮੇ ਦੇ ਪਾਣੀ ਦੇ ਵਿੱਚ ਦੀ ਲੰਘਾ ਕੇ, ਜੋ ਪ੍ਰਭੂ ਯਿਸੂ ਮਸੀਹ ਦਾ ਲਹੂ ਆ, ਉਸ ਦੇ ਵਿੱਚ ਦੀ ਲੰਘਾ ਕੇ ਅਸੀਂ ਆਪਣੇ ਪ੍ਰੋਮਿਸ ਲੈਂਡ ਦੀ ਇੰਤਜ਼ਾਰ ਕਰਦੇ ਪਏ ਹਾਂ। ਜਿੱਦਾਂ ਯਹੋਸ਼ੂਆ ਨੇ ਉਹਨਾਂ ਨੂੰ ਉੱਥੇ ਪਹੁੰਚਾਇਆ, ਇਸੇ ਤਰ੍ਹਾਂ ਸਾਡਾ ਯਹੋਸ਼ੂਆ, ਜੋ ਯਿਸੂ ਮਸੀਹ ਦਾ ਅਸਲੀ ਨਾਮ ਆ, ਸਾਡਾ ਯਹੋਸ਼ੂਆ ਸਾਨੂੰ ਉੱਥੇ ਉਸ ਪ੍ਰੋਮਿਸ ਲੈਂਡ ਦੇ ਵਿੱਚ ਪਹੁੰਚਾਏਗਾ ਜੋ ਉਸਨੇ ਵਾਅਦਾ ਕੀਤਾ। ਠੀਕ, ਇਹ ਪ੍ਰਭੂ ਨੇ ਹਰੇਕ ਚੀਜ਼ ਸਮਾਲ ਲੈਵਲ ਦੇ ਉੱਤੇ ਧਰਤੀ ਤੇ ਪਹਿਲਾਂ ਕਰਕੇ ਦਿਖਾਈ ਹੈ, ਤਾਂ ਕਿ ਯਿਸੂ ਦੇ ਵਿੱਚ ਫਿਰ ਜੋ ਸਾਨੂੰ ਉਸਨੇ ਵਾਅਦੇ ਦਿੱਤੇ ਆ, ਉਹ ਪੂਰੇ ਉਸੇ ਤਰ੍ਹਾਂ ਪੂਰੇ। ਠੀਕ, ਸੋ ਇਹ ਚੀਜ਼ ਨੂੰ ਅਸੀਂ ਇਸ ਤਰ੍ਹਾਂ ਦੇਖਦੇ ਪਏ। ਸੋ ਏਲੀਆ ਸਾਡੇ ਵਰਗਾ ਸਧਾਰਨ ਇਨਸਾਨ, ਉਹ ਔਰਤ ਸਾਡੇ ਵਰਗੀ ਇੱਕ ਸਧਾਰਨ ਔਰਤ ਹੈ। ਉਸਨੇ ਕਿਹਾ ਕਿ ਇਹ ਪ੍ਰਭੂ ਨੇ ਕੀ ਕੀਤਾ। ਏਲੀਆ ਕਹਿੰਦਾ, ਤੂੰ ਪ੍ਰਭੂ ਕੀ ਕੀਤਾ, ਤੂੰ ਇਸ ਵਿਧਵਾ ਦੇ ਬੱਚੇ ਨੂੰ ਮਾਰ ਦਿੱਤਾ। ਸੋ ਏਲੀਆ ਨੇ ਉਸਦੇ ਲਈ ਪ੍ਰਾਰਥਨਾ ਕੀਤੀ, ਔਰ ਫਿਰ ਉਹ ਮੁੰਡਾ ਜਿਉਂਦਾ ਹੋ ਗਿਆ, ਔਰ ਮੁੰਡੇ ਨੂੰ ਹੇਠ ਲਿਆ ਕੇ ਉਸਦੀ ਮਾਂ ਨੂੰ ਦਿੱਤਾ, ਔਰ ਉਸਦੀ ਮਾਂ ਨੇ ਉਸ ਬੱਚੇ ਨੂੰ ਲੈ ਕੇ ਫਿਰ ਉਸਨੇ ਕਿਹਾ ਇੱਕ ਚੀਜ਼ ਕਹੀ ਜੋ ਉਸਨੇ ਪਹਿਲਾਂ ਨਹੀਂ ਸੀ ਕਹੀ। ਉਸਨੂੰ ਇਹ ਚੀਜ਼ ਦੀ ਲੋੜ। ਕਈ ਵਾਰੀ ਸਾਨੂੰ ਪ੍ਰਭੂ ਦੁੱਖ ਦੇ ਵਿੱਚ ਦੀ ਨਵਾਉਂਦਾ, ਦੁੱਖ ਦੇ ਵਿੱਚ ਦੀ ਨਵਾਉਂਦਾ, ਔਰ ਦੁੱਖ ਦੇ ਵਿੱਚ ਦੀ ਨਗਾ ਕੇ ਉਹ ਸਾਨੂੰ ਦੁੱਖ ਆਉਂਦਾ। ਕੱਲ ਅਸੀਂ ਚਰਚ ਦੇ ਵਿੱਚ ਵੀ ਪ੍ਰਭੂ ਦਾ ਜਿਹੜਾ ਵਚਨ ਕੱਲ ਦੇਖਿਆ ਸੀਗਾ, ਉਹ ਜ਼ਬੂਰ 3 ਦੇਖਿਆ ਸੀਗਾ, ਔਰ ਜਿਹੜਾ ਜ਼ਬੂਰ 3 ਆ ਨਾ,
ਉਹ ਇੱਥੇ ਫਿੱਟ ਤਾਂ ਨਹੀਂ ਹੁੰਦਾ, ਮੈਂ ਐਵੇਂ ਕਹਾਂ ਕਿ ਇੱਥੇ ਜ਼ਬੂਰ 3 ਇੱਥੇ ਲੱਗਦਾ, ਜ਼ਬੂਰ 3 ਇੱਥੇ ਨਹੀਂ ਲੱਗਦਾ, ਲੇਕਿਨ ਜਿਹੜੇ ਜ਼ਬੂਰ 3 ਦੇ ਜਿਹੜੇ ਹਾਲਾਤ ਆ ਉਹ ਬਿਲਕੁਲ ਇੱਥੇ ਫਿੱਟ ਹੁੰਦੇ। ਜੋ ਜ਼ਬੂਰ 3 ਦੇ, ਕਿਉਂਕਿ ਸਾਡੇ ਕੋਲ ਅਗਲੀ ਚੀਜ਼ ਅਸੀਂ 18ਵਾਂ ਭਾਵ ਦੇਖਾਂਗੇ, ਅੱਜ ਥੋੜਾ ਜਿਹਾ ਜ਼ਬੂਰ 3 ਦੇ ਬਾਰੇ ਅਸੀਂ ਦੇਖ ਲੈਂਦੇ ਹਾਂ। ਜ਼ਬੂਰ 3 ਦੇ ਵਿੱਚ ਇੱਕ ਬੜੀ ਪਿਆਰੇ, ਬਹੁਤ ਹੀ ਪਿਆਰਾ ਜ਼ਬੂਰ ਆ, ਔਰ ਇਹ ਬਿਲਕੁਲ ਸਹੀ ਸਮੇਂ ਦਾ ਜ਼ਬੂਰ ਹੈ, ਜਿਸ ਵੇਲੇ ਅਸੀਂ 954 ਸਾਲ ਪ੍ਰਭੂ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਦਾ ਜ਼ਬੂਰ ਆ, ਔਰ ਇਹ ਹਾਲਤ ਬਿਲਕੁਲ ਉੱਥੇ ਫਿੱਟ ਹੁੰਦੀ ਪਈ ਹੈ। ਜਿਸ ਵੇਲੇ ਤੁਸੀਂ ਜ਼ਬੂਰ 3 ਨੂੰ ਦੇਖਦੇ, ਅਗਰ ਤੁਸੀਂ ਮੇਰੇ ਨਾਲ ਕੱਢ ਲਓ ਔਰ ਜਿਸ ਨੂੰ ਮਿਲ ਜਾਏ ਉਹ ਪੜ੍ਹਦਾ ਹੈ। Go ahead, ਮੇਰੀ ਭੈਣ। हे प्रभु, मेरे बहुत बैरी हो गए हैं, मेरे विरुद्ध बहुतिਆਂ ने विद्रोह किया है। बहुत सारे हैं जो इस तरह कहते हैं, परमेश्वर उसका बचाव नहीं करेगा। हे प्रभु, तू तो मेरे चारे पासे ढाल है, तू मेरा प्राण, तू मेरा मान है, तू मेरे सिर दा उच्चा करन वाला है। मैं उच्ची आवाज नाल तैनू पुकारदा हां, तू मैनू अपने पवित्र पहाड़ तो उतर दिंदा है। मैं सौ गया पर फिर जाग उठिया, क्योंकि प्रभु मैनू संभालदा है। मैं हजारां बैरियां तो नहीं डरदा, उन्होंने मैनू चारां पासियां तो घेर रखिया है। हे प्रभु, उठ, मेरे परमेश्वर मेरा बचा कर, तू मेरे सब बैरियां दे जवाड़ियां ते मारिया है। तू दुष्टां दे दंद तोड़ दिते हन, बचाओ केवल प्रभु तो ही है। हे प्रभु, तू अपने लोकां नू असीस दे। आमीन। ਹੁਣ ਇਸ ਵੇਲੇ ਜਿਹੜੇ ਹਾਲਾਤ ਆ ਦਾਊਦ ਦੇ ਬੜੇ ਭੈੜੇ ਆ। ਦਾਊਦ ਇਸ ਵੇਲੇ ਫਸਿਆ ਆ, ਕਿਉਂਕਿ ਉਸਦੇ ਪੁੱਤਰ ਅਬਸ਼ਾਲੋਮ ਨੇ ਉਹਦੇ ਖਿਲਾਫ ਬਗਾਵਤ ਕਰ ਦਿੱਤੀ ਆ, ਔਰ ਬਹੁਤ ਸਾਰੇ ਕਬੀਲੇ ਅਬਸ਼ਾਲੋਮ ਦੇ ਨਾਲ ਰਲ ਗਏ ਆ, ਔਰ ਅਬਸ਼ਾਲੋਮ ਆਲਮੋਸਟ 2 ਲੱਖ ਦੀ ਫੌਜ ਲੈ ਕੇ ਆ ਰਿਹਾ ਆਪਣੇ ਬਾਪ ਤੇ ਹਮਲਾ ਕਰਨ ਦੇ ਲਈ, ਔਰ ਲੋਕ ਅਬਸ਼ਾਲੋਮ ਨੂੰ ਪਸੰਦ ਕਰਦੇ। ਦੁੱਖ ਦੇਖਣ ਨੂੰ ਵੀ ਸੋਹਣਾ ਹੈ, ਉਸ ਤੇ ਕੰਮ ਵੀ ਭਲੇ ਸੀਗੇ, ਭਾਵੇਂ ਚਲਾਕੀ ਸੀ। ਔਰ ਦਾਊਦ ਨੂੰ ਉੱਥੋਂ ਦੌੜਨਾ ਪਿਆ। ਦਾਊਦ ਜਿਸ ਲਈ ਉੱਥੋਂ ਦੌੜਿਆ ਤੇ ਸ਼ਿਮਈ ਜੋ ਕਿ ਸਾਊਲ ਰਾਜਾ ਦੇ ਕਬੀਲੇ ਦੇ ਵਿੱਚੋਂ ਸੀ, उसने उसके उत्ते मिट्टी सुट्टी, मिट्टी घट्टा उड़ाया, पत्थर मारे और क्या कि तू जिद्दां तू साउल दे टब्बर नू मार के, जो कि गलत चीज सी कह रहा सी, मार के उसदे राज दे उत्ते कब्जा कीता। प्रभु ने इसी तरह तेरे नाल कीता, तेनू तेरे पुत्र ने अज तेरे राज दे उत्ते कब्जा कीता और तेनू उदां ही दौड़ना। तो पहली आयत विच देखते हैं कि हे प्रभु मेरे बहुत सारे वैरी हो गए, बहुत सारे वैरी हो गए हैं, मेरे विरुद्ध बहुतिਆਂ ने विद्रोह किया है। पुत्र ने विद्रोह किया, कबीलियां ने विद्रोह किया। बहुत सारे इस तरह कहते हैं परमेश्वर तेरा बचाव नहीं करेगा, क्योंकि शमई कह रहा उत्ते धुदड़ उड़ा रहा और उसनू बददुआवां दे रहा कि तू भी उसी तरह मरेगा। और उधर दूसरे पास्यों हुशई जो उसका एक मंत्री आ, वो आया तो उसने कपड़े पाड़े हो कि सब कुछ तबाह हो गया। लेकिन दाऊद ने सब कुछ छड़ के वो प्रभु दे अगे गया, और उसने जिसलिए असी तीसरी आयत दा असी चौथी आयत देखते हैं, तो उसने प्रभु दे अगे जाके दुआ की और उसने प्रभु ਨੂੰ ਕਿਹਾ कि मैं ਉੱਚੀ आवाज ਦੇ ਨਾਲ ਤੈਨੂੰ ਪੁਕਾਰਦਾ और तू मेरी सुनदा। और ਇੱਥੇ ਲਿਖ ਲਓ ਜ਼ਬੂਰ 22, ਇੱਥੇ ਚੌਥੀ ਆਇਤ ਦੇ ਨਾਲ ਜ਼ਬੂਰ 22। ਜ਼ਬੂਰ ਬਹੁਤ ਲੰਬਾ ਹੈ, ਉਹ ਆਪਾਂ ਪੜ੍ਹ ਨਹੀਂ ਸਕਦੇ, ਆਪਣੇ ਕੋਲ ਟਾਈਮ ਥੋੜਾ। मैं ਉੱਚੀ आवाज ਦੇ ਨਾਲ प्रभु ਨੂੰ ਪੁਕਾਰਦਾ और उसने मेरी आवाज ਨੂੰ सुनिया। सो वो ये कह रहा, उसने दाऊद ने सारे पासों नेगेटिविटी आ रही है,
ਸਾਰੀਆਂ ਚੀਜ਼ਾਂ ਨੈਗੇਟਿਵ। ਸੋ ਦਾਊਦ ਸਾਰੀਆਂ ਨੈਗੇਟਿਵ ਚੀਜ਼ਾਂ ਨੂੰ ਪਰਾਂ ਨੂੰ ਧੱਕਦਾ ਪਿਆ ਔਰ ਆਪਣਾ ਧਿਆਨ ਪ੍ਰਭੂ ਦੇ ਵੱਲ ਕਰਦਾ ਪਿਆ, ਜਿਸ ਲਈ ਉਹ ਦੁਆ ਦੇ ਲਈ ਜਾ ਰਿਹਾ। ਉਹ ਸਾਰੀਆਂ ਚੀਜ਼ਾਂ ਨੂੰ, ਜਿੰਨਾ ਕੁਝ ਨੈਗੇਟਿਵ ਆ ਉਸ ਦੇ ਉੱਤੇ ਆ ਰਿਹਾ, ਉਹਨਾਂ ਸਾਰੀਆਂ ਚੀਜ਼ਾਂ ਨੂੰ ਪਰਾਂ ਨੂੰ ਧੱਕ ਕੇ ਕਹਿ ਰਿਹਾ ਕਿ ਹੇ ਪ੍ਰਭੂ, ਤੂੰ ਮੇਰੇ ਚਾਰੇ ਪਾਸੇ ਢਾਲ ਆ, ਤੂੰ ਮੇਰਾ ਮਾਣ ਆ, ਤੂੰ ਮੇਰਾ ਸਿਰ ਉੱਚਾ ਕਰਨ ਵਾਲਾ। ਔਰ ਉਹ ਦੁਆ ਦੇ ਵਿੱਚ ਜਾ ਕੇ, ਔਰ ਜਿਹੜੀ ਉਹ ਦੁਆ ਕਰ ਰਿਹਾ, ਦੁਆ ਦੇ ਵਿੱਚ ਉਹ ਜਾ ਕੇ ਕਹਿ ਰਿਹਾ, ਹੇ ਪ੍ਰਭੂ ਤੂੰ ਕਿੱਥੇ ਆ, ਤੂੰ ਮੈਨੂੰ ਕਿਉਂ ਛੱਡ ਦਿੱਤਾ। ਔਰ ਜ਼ਬੂਰ ਸਾਰਾ ਬਾਈ ਇਹਦੇ ਉੱਤੇ। ਔਰ ਫਿਰ ਪ੍ਰਭੂ ਨੇ ਉਸ ਨੂੰ ਆਵਾਜ਼ ਦਿੱਤੀ ਹੈ। ਉਹ ਕਹਿੰਦਾ ਮੈਂ ਉੱਚੀ ਆਵਾਜ਼ ਦੇ ਨਾਲ ਤੈਨੂੰ ਪੁਕਾਰਿਆ ਔਰ ਤੂੰ ਪਵਿੱਤਰ ਪਹਾੜ ਤੋਂ ਮੈਨੂੰ ਉੱਤਰ ਦਿੱਤਾ। ਸੋ ਪ੍ਰਭੂ ਨੇ ਉੱਤਰ ਕੀ ਉਸ ਨੂੰ ਦਿੱਤਾ? ਜ਼ਬੂਰ 110 ਜਿਸ ਨੂੰ ਮਿਲ ਜਾਏ। ਜ਼ਬੂਰ 110 ਚੌਥੀ ਔਰ ਪੰਜਵੀਂ ਆਇਤ ਦੇ ਗੱਬੇ ਜਿਹੜਾ ਜ਼ਬੂਰ ਆਉਂਦਾ ਉਹ ਹੈ ਜ਼ਬੂਰ 110। ਛੋਟਾ ਜਿਹਾ ਜ਼ਬੂਰ ਹੈ, ਜਿਸ ਨੂੰ ਮਿਲ ਜਾਏ ਪੜ੍ਹਦਾ। ਹਾਂਜੀ ਗੋ ਅਹੈਡ। ਪ੍ਰਭੂ ਨੇ ਮੇਰੇ ਮਾਲਕ ਰਾਜਾ ਨੂੰ ਕਿਹਾ, ਤੂੰ ਮੇਰੇ ਸੱਜੇ ਹੱਥ ਬੈਠ, ਜਦੋਂ ਤੱਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਦੀ ਚੌਂਕੀ ਨਾ ਬਣਾ ਦੇਵਾਂ। ਪ੍ਰਭੂ ਤੈਨੂੰ ਸਿਯੋਨ ਤੋਂ ਰਾਜ ਸ਼ਕਤੀ ਦੇਵੇਗਾ ਅਤੇ ਕਹੇਗਾ, ਤੂੰ ਆਪਣੇ ਬੈਰੀਆਂ ਤੇ ਰਾਜ ਕਰ। ਜਦੋਂ ਤੂੰ ਆਪਣੀ ਸੈਨਾ ਲੈ ਕੇ ਅੱਗੇ ਵਧੇਗਾ, ਤੇਰੇ ਲੋਕ ਆਪਣੇ ਆਪ ਤੇਰੀ ਸੈਨਾ ਵਿੱਚ ਭਰਤੀ ਹੋਣਗੇ। ਅੰਮ੍ਰਿਤ ਵੇਲੇ ਦੀ ਸੁੰਦਰ ਤਰੇਲ ਵਾਂਗ ਤੇਰੀ ਜਵਾਨੀ ਦਾ ਰੰਗ ਵੀ ਹੋਵੇਗਾ। ਪ੍ਰਭੂ ਨੇ ਸਹੁੰ ਚੁੱਕੀ ਹੈ ਅਤੇ ਉਹ ਉਸ ਤੋਂ ਮੁੜੇਗਾ ਨਹੀਂ। ਉਸਨੇ ਕਿਹਾ, ਤੂੰ ਮਲਿਕੇ ਸਿਦਕ ਦੀ ਤਰ੍ਹਾਂ ਸਦਾ ਤੱਕ ਪ੍ਰਭੁਤਾਈ ਕਰੇਗਾ। ਮਾਲਿਕ ਤੇਰੇ ਸੱਜੇ ਹੱਥ ਹੈ। ਉਹ ਆਪਣੇ ਗੁੱਸੇ ਵਾਲੇ 3 ਰਾਜਿਆਂ ਨੂੰ ਹਾਰ ਦੇਵੇਗਾ। ਉਹ ਕੌਮਾਂ ਦਾ ਨਿਆਂ ਕਰੇਗਾ। ਉਹ ਯੁੱਧ ਭੂਮੀ ਲਾਸ਼ਾਂ ਨਾਲ ਭਰ ਦੇਵੇਗਾ ਅਤੇ ਉਹ ਕੱਟੇ ਸਿਰਾਂ ਨਾਲ ਧਰਤੀ ਢੱਕ ਦੇਵੇਗਾ। ਰਾਜਾ ਰਾਹ ਵਿੱਚ ਦਰਿਆ ਦਾ ਪਾਣੀ ਪੀਵੇਗਾ ਅਤੇ ਤਾਜ਼ਾ ਹੋ ਕੇ ਜਿੱਤ ਪ੍ਰਾਪਤ ਕਰੇਗਾ। ਆਮੀਨ। ਸੋ ਹੁਣ ਉਹ ਵਾਪਸ ਜੋ ਲੈ ਕੇ ਆ ਰਿਹਾ, ਤੁਸੀਂ ਉਸ ਦੀ ਹਾਲਤ ਬਦਲੀ ਉਹ ਦੇਖਦੇ ਆ, ਜਿਸ ਲਈ ਅਸੀਂ ਪੰਜਵੀਂ ਆਇਤ ਨੂੰ ਦੇਖਦੇ ਹਾਂ। ਤੀਸਰਾ ਜ਼ਬੂਰ ਪੰਜਵੀਂ ਆਇਤ ਨੂੰ ਦੇਖਦੇ ਹਾਂ। ਪ੍ਰਭੂ ਦਾ ਇਹ ਆਵਾਜ਼ ਉਸ ਨੂੰ ਆਈ, ਤੂੰ ਜਸਟ ਬੈਠ, ਤੂੰ ਬਹਿ ਜਾ। ਮੇਰੇ ਮਾਲਕ ਨੇ ਮੇਰੇ ਮਾਲਕ ਨੂੰ ਕਿਹਾ, ਤੂੰ ਮੇਰੇ ਸੱਜੇ ਹੱਥ ਬੈਠ। ਔਰ ਬਾਅਦ ਦੇ ਵਿੱਚ ਦੱਸਿਆ ਕਿ ਮੈਂ ਕੀ ਕਰੂੰਗਾ। ਔਰ ਉਹ ਘਰ ਆਇਆ, ਫੌਜਾਂ ਹਾਲੇ ਵੀ ਚੜੀਆਂ ਐ, ਡਰ ਆ ਕਿ ਹਮਲਾ ਨਾ ਹੋ ਜਾਏ। ਜਿੱਥੇ ਉਹ ਬੈਠਾ ਹੈ ਉੱਥੇ ਉਸ ਨੂੰ ਕਿਹਾ ਜਾ ਰਿਹਾ ਕਿ ਤੂੰ ਜਰਦਨ ਦਰਿਆ ਦੇ ਦੂਜੇ ਪਾਸੇ ਚਲਾ ਜਾ। ਔਰ ਉਹ ਚਲਾ ਗਿਆ ਉੱਥੇ। ਔਰ ਅਦੀ ਅਮੋਨ ਉੱਥੇ ਦੀ ਇੱਕ ਜਗ੍ਹਾ ਆ, ਉੱਥੇ ਜਾ ਕੇ ਦਾਊਦ ਨੇ ਆਪਣਾ ਡੇਰਾ ਲਾਇਆ। ਔਰ ਅਮੋਨੀ ਰਾਜੇ ਜਿਹੜੇ ਹੈਗੇ ਉਹ ਆਪਣੀਆਂ ਫੌਜਾਂ ਲੈ ਕੇ ਆ ਰਹੇ ਦਾਊਦ ਦੀ ਮਦਦ ਕਰਨ ਕਿ ਭਰਾ, ਅਸੀਂ ਸੁਣਿਆ ਕਿ ਤੇਰੇ ਵਿਰੁੱਧ ਬਗਾਵਤ ਹੋ ਗਈ ਆ, ਸੋ ਖਾਣਾ ਲੈ ਕੇ ਆ ਰਹੇ ਆ, ਸਾਰੀਆਂ ਚੀਜ਼ਾਂ ਲੈ ਕੇ ਆ ਰਹੇ ਆਪਣੇ ਨਾਲ, ਔਰ ਆਪਣੀਆਂ ਫੌਜਾਂ ਲੈ ਕੇ ਆ ਰਹੇ, ਅਸੀਂ ਤੇਰੀ ਮਦਦ ਕਰਨਾ। ਦੁਸ਼ਮਣ ਮਦਦ ਕਰਨ ਦੇ ਲਈ ਆ ਰਹੇ, ਉਹਦੇ ਨਾਲ ਭਰਤੀ ਹੋ ਰਹੇ, ਜਿੱਦਾਂ ਪ੍ਰਭੂ ਨੇ ਕਿਹਾ ਸੀ। ਲੋਕ ਖੜੇ ਹੁੰਦੇ ਨਾ ਇਸ ਇੱਕ ਜ਼ਬੂਰ ਦੇ ਨਾਲ, ਬਾਲ ਖੜੇ ਹੁੰਦੇ ਪਏ। ਔਰ ਉਹ ਆ ਰਹੇ ਆ, ਉਹ ਫਿਰ ਕਿਉਂ ਕਹਿੰਦਾ ਮੈਂ ਆ ਕੇ ਸੌਂ ਗਿਆ ਆਰਾਮ। ਔਰ ਇਹ ਹੈ ਜਿਸ ਲਈ ਅਸੀਂ ਨੈਗੇਟਿਵਿਟੀ ਨੂੰ ਧੱਕ ਕੇ ਪਰਾਂ ਨੂੰ ਧੱਕ ਦਿੰਦੇ ਉਸ ਨੂੰ ਕਿ ਨਹੀਂ, ਨੋ, ਪ੍ਰਭੂ ਇਸ ਤੋਂ ਵੱਡਾ, ਮੇਰਾ ਮਾਲਕ ਇਸ ਤੋਂ ਵੱਡਾ, ਜਿਸਨੇ ਮੈਨੂੰ ਚੁਣਿਆ ਉਹ ਇਸ ਤੋਂ ਵੱਡਾ ਆ, ਕਿਉਂਕਿ ਉਹ ਮੇਰੇ ਚਾਰੇ ਪਾਸੇ ਢਾਲ ਆ, ਉਹ ਮੇਰਾ ਮਾਣ ਆ, ਉਹ ਮੇਰਾ ਸਿਰ ਉੱਚਾ ਕਰਨ ਵਾਲਾ।
वो इस तबाही तो भी कुछ पैदा कर सकता। और दाऊद ने जिसले वो सारिया चीजा नूं उसने परा किया तो उसकी हालत बदली। देखो, फिर मैं सौ गया, फिर जाग उठा, क्योंकि प्रभु मैनू संभालदा है। इट्स अ नॉर्मल लाइफ। 4 चफेरे अग लगी हुआ, घेरे पे हुआ उसनू, रस्ता सिर्फ योआब आ जिहड़ा रस्ता लभदा पिया, जिस ये मैं प्रभु उसनू गाइड करता पिया। वो अपना राजा उसके खानदान नू बचा रहा किसी तरीके दे नाल। और दाऊद कहंदा मैं सौ गया, फिर जाग उठा, क्योंकि प्रभु मैनू संभालदा है। मैं हजारां वैरियां तो नहीं डरदा, उन्होंने मैनू चारां पासियां तो घेर रखिया है। हे प्रभु उठ, जो तू वादा किया, कहने का मतलब जो तू मैनू वादा किया, जो तेरी आवाज मैनू सुनी। मैं पवित्र पहाड़ तो पुकारिया, उसने मैनू उत्तर दिता। मैं उच्ची आवाज के नाल पुकारिया, उसने अपने पवित्र सियोन पहाड़ तो मैनू उत्तर दिता। और असीं जबूर 110 देखा, हे प्रभु उठ, मेरे परमेश्वर मेरा बचा कर, तू मेरे सब वैरियां दे जबाड़ियां ते मारिया है, तू दुष्टां दे दंद तोड़ दिते। प्रभु ने उसनू दिखाता की होएगा। ये सा है प्रीति, हाले होया नहीं पर की होएगा। दिखाता, लोथां दे ढेर दिखाते, और ये होया भी इदा। और बचाओ केवल प्रभु तो है, हे प्रभु तू अपने लोगों को बख्श दे। ये है हालत और प्रभु दी बरकत। प्रभु तुम सब नूं बरकत। आओ प्यारे प्रभु तेरा शुक्र करते हैं, तू साडा दयालु कृपालु परमेश्वर, तेरी दया हमेशा सानू बचा के रखती। इसी तरह खुदाबंद तू अपने बंदे नू दिखा रहा, इसी तरह तू एलाइजा नू सब कुछ दिखा। खुदाबंद तू साडे सब दे नाल बनिया रहे, क्योंकि तू साडे चारे पासे ढाल, तू साडा मान। प्यारे प्रभु, प्यारे यसु, तू साडा सानू उच्चा करने वाला, सानू चुकदा खुदा। असी कुछ नहीं, असी कुछ नहीं, असी हनेरे विच नहीं, असी हनेरा आ। प्यारे प्रभु तू सानू उठूं चुका। तेरा शुक्र कर, तेरा शुक्र कर, तेरा शुक्र कर। सब दे नाल बनिया रही, बुरे और बुराई तो बचा के रखी, अपनी नजदीकी दे विच बना के रखी। प्रभु यसु मसीह दे मिठे और प्यारे नाम च सारे भैन भरा ब्लैस यू। कल नूं मिलांगे सेम टाइम, और आप कल नूं इसनूं अगे देखांगे। कल नूं 18वां भाव जिहड़ा बड़ा प्यारा प्यारा भाव, मिस ना करियो। कल नूं 18वां भाव देखांगे। ब्लैस यू।